ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਤੂੰ ਕਾਹੇ ਡੋਲਹਿ ਪ੍ਰਾਨੀਆਂ ਤੁਧ ਰਾਖੇਗਾ ਸਿਰਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਘਾਟ ਘਾਟ ਮਾਲਕ ਦਿਲਾਂ ਕਾ ਸੱਚਾ ਪਰਵਰਦਿਗਾਰ ਤੂੰ ਬੇਅੰਤ ਕੋ ਵਿਰਲਾ ਜਾਣੈ ਗੁਰ ਪ੍ਰਸਾਦ ਕੋ ਸ਼ਬਦ ਵਖਾਣੈ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ ਦਰਮਨ ਦੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਹਉ ਆਇਆ ਦੂਰੋਂ ਚੱਲ ਕੇ ਮੈਂ ਤਕੀ ਤੋ ਸਰਨਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਸੁਕਾਓ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾ ਦਰਸ਼ਨ ਪਰਸਿਆਏ ਗੁਰੂ ਕਾ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਛਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪੰਜਵਾ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰਖਿਓ ਪਾਸਾਰਾ ਰਹਾਓ ਬਹੁਵਿਧ ਰੂਪ ਰੰਗ ਅਪਾਰਾ ਦੇਖੈ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸਤ ਨਿਰਾਰਾ ਰਾਸ ਮੰਡਲ ਕੀਨੋ ਆਖਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਇਹ ਸਾਨੂੰ ਨਿਤਨੇਮ ਦੀਆਂ ਦਾਤਾਂ
ਗੁਰਬਾਣੀ ਸਰਵਨ ਕਰਨ ਵਾਸਤੇ ਪੜਨ ਹਿਤ ਇਹ ਦਾਤਾਂ ਮਹਾਰਾਜ ਨੇ ਬਖਸ਼ੀਆਂ। ਅੰਮ੍ਰਿਤ ਵੇਲੇ ਦਾ ਜਿਵੇਂ ਫਰਮਾਨ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ, ਗੁਰਬਾਣੀ ਦੀ ਲੜੀਵਾਰ ਕਥਾ ਦੇ ਅੰਦਰ ਆਪਾਂ ਇਹ ਬਚਨ ਹਰ ਰੋਜ਼ ਸਰਵਨ ਕਰ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ, ਇਹ ਪਾਵਨ ਪਵਿੱਤਰ ਅੱਜ ਦਾ ਜੋ ਮੁੱਖ ਵਾਕ ਹੈ 746 ਅੰਗ ਦੇ ਉੱਪਰ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸੂਹੀ ਰਾਗ ਦਾ ਇਹ ਸ਼ਬਦ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਹੈ। 746 ਅੰਗ ਦੇ ਉੱਪਰ ਇਸ ਨੂੰ ਮਹਾਰਾਜ ਨੇ ਅੰਕਿਤ ਕੀਤਾ ਹੈ। ਰਾਸ ਮੰਡਲ ਕੀਨੋ ਆਖਾਰਾ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਉਸ ਪਰਮਾਤਮਾ ਨੇ ਇਹ ਰਾਸ ਮੰਡਲ ਰੂਪ ਜਿਹੜਾ ਹੈ ਸੰਸਾਰ ਰੂਪੀ ਅਖਾੜਾ ਰਚਿਆ ਹੈ। ਜਿਵੇਂ ਅਖਾੜੇ ਦੇ ਵਿੱਚ ਮੱਲ ਘੁਲਦੇ ਨੇ ਨਾ, ਪਹਿਲਵਾਨ ਕੁਸ਼ਤੀ ਕਰਦੇ, ਆਪਣੇ ਆਪਣੇ ਦਾ ਲਾਉਂਦੇ, ਕੋਈ ਜਿੱਤਦਾ ਕੋਈ ਹਾਰਦਾ, ਕੋਈ ਡਿੱਗਦਾ ਕੋਈ ਟੱਜਦਾ। ਇਹ ਸੰਸਾਰ ਵੀ ਇੱਕ ਇਸ ਤਰ੍ਹਾਂ ਦਾ ਅਖਾੜਾ ਹੀ ਹੈ। ਇਹਦੇ ਵਿੱਚ ਆਪਣੇ ਵਰਗੇ ਜੀਵ ਜੰਤੂ ਜਿਹੜੇ ਨੇ ਵੱਖ-ਵੱਖ ਤਰ੍ਹਾਂ ਦੇ ਦਾ ਲਾ ਕੇ ਇੱਕ ਦੂਜੇ ਨੂੰ ਜਿੱਤਣ ਵਾਸਤੇ, ਇੱਕ ਦੂਸਰੇ ਦੇ ਨਾਲ ਕੁਸ਼ਤੀ ਕਰਨ ਵਾਸਤੇ ਬੜੇ ਯਤਨ ਕਰਦੇ ਰਹਿੰਦੇ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਰਾਸ ਮੰਡਲ ਰੂਪ ਪਰਮਾਤਮਾ ਨੇ ਸੰਸਾਰ ਦਾ ਅਖਾੜਾ ਰਚਿਆ ਹੈ। ਐਸਾ ਉਸਨੇ ਸੰਸਾਰ ਬਣਾਇਆ ਹੈ। ਸਗਲੋ ਸਾਜ ਰੱਖਿਓ ਪਾਸਾਰਾ। ਫਿਰ ਸਾਰੇ ਨੂੰ ਸਾਜ ਕੇ, ਸਾਰੇ ਪਸਾਰੇ ਨੂੰ ਬਣਾ ਕੇ ਤੇ ਫਿਰ ਇਹਦੀ ਉਹ ਰੱਖਿਆ ਵੀ ਕਰਦਾ ਹੈ। ਜੇ ਬਣਾਉਂਦਾ ਪਿਆ ਹੈ ਨਾ, ਮੰਨ ਲਓ ਕਿ ਜਨਮ ਦਿੰਦਾ, ਨਿੱਕਾ ਜਿਹਾ ਬੋਟ ਹੈ ਪੰਛੀ ਦਾ, ਨਿੱਕਾ ਜਿਹਾ ਬੱਚਾ, ਉੱਡ ਨਹੀਂ ਸਕਦਾ, ਜਾ ਨਹੀਂ ਸਕਦਾ। ਜੇ ਪਰਮਾਤਮਾ ਨੇ ਉਹਦੇ ਤਨ ਨੂੰ ਸਾਜਿਆ ਬਣਾਇਆ ਹੈ ਤੇ ਫਿਰ ਉਹਦੇ ਮੂੰਹ ਦੇ ਵਿੱਚ ਚੋਗ ਵੀ ਪਾਉਂਦਾ ਹੈ, ਮਾਤਾ ਪਿਤਾ ਰੂਪ ਹੋ ਗਏ। ਇਸੇ ਤਰ੍ਹਾਂ ਪਸ਼ੂਆਂ ਦੇ ਬੱਚੇ ਪੈਦਾ ਹੁੰਦੇ, ਜੰਮਦਿਆਂ ਘਾਹ ਨਹੀਂ ਖਾ ਸਕਦੇ, ਪਰ ਉਹਨਾਂ ਵਾਸਤੇ ਉਹ ਦੁੱਧ ਦਾ ਪ੍ਰਬੰਧ ਕਰੀ ਬੈਠਾ ਹੈ। ਸਗਲੋ ਸਾਜ ਰੱਖਿਓ ਪਾਸਾਰਾ, ਸਾਰਿਆਂ ਨੂੰ ਸਾਜ ਕੇ ਬਣਾ ਕੇ ਪਸਾਰੇ ਨੂੰ ਫਿਰ ਉਹ ਸਾਰਿਆਂ ਦੀ ਰੱਖਿਆ ਵੀ ਕਰਦਾ ਹੈ। ਭਗਤ ਧੰਨਾ ਜੀ ਬਚਨ ਕਰਦੇ ਕਹਿਣ ਲੱਗੇ ਕੁੰਮੀ ਜਲ ਮੈਂ ਤਾਨ ਤਿਸ ਬਾਹਰ ਪੰਖ ਖੀਰ ਤਾਨ ਨਾਹੀ। ਇੱਕ ਉਦਾਹਰਨ ਦਿੱਤੀ ਭਗਤਾਂ ਨੇ, ਕਹਿਣ ਲੱਗੇ ਕਛੂ ਕੁੰਮੀ ਜਿਹੜੀ ਹੈ ਨਾ ਗੁਰਮੁਖੋ, ਇਹ ਪਾਣੀ ਵਿੱਚ ਰਹਿੰਦੀ ਹੈ, ਤਲਾਬ ਦੇ ਵਿੱਚ ਰਹਿੰਦੀ ਹੈ, ਸਮੁੰਦਰ ਦੇ ਵਿੱਚ ਰਹਿੰਦਾ ਕਛੂ ਕੁੰਮਾ। ਪਰ ਕਛੂ ਕੁੰਮੀ ਦੇ ਜਦੋਂ ਬੱਚੇ ਦੇਣ ਦਾ ਸਮਾਂ ਹੁੰਦਾ ਉਹਨੂੰ ਬਾਹਰ ਆ ਜਾਂਦੀ, ਪਾਣੀ ਤੋਂ ਬਾਹਰ ਆ ਕੇ ਰੇਤਾ ਦੀ ਬਰੇਤੀ ਦੇ ਉੱਪਰ ਆ ਕੇ ਆਪਣੇ ਆਂਡੇ ਵਗੈਰਾ ਦਿੰਦੀ ਹੈ। ਆਂਡੇ ਦੇ ਕੇ ਉਹ ਕਛੂ ਕੁੰਮੀ ਫਿਰ ਉਸੇ ਪਾਣੀ ਵਿੱਚ ਚਲੇ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਉਹਨਾਂ ਆਂਡਿਆਂ ਵਿੱਚੋਂ ਬੱਚੇ ਨਿਕਲ ਆਉਂਦੇ, ਨਿੱਕੇ ਨਿੱਕੇ ਕਛੂ ਨਿਕਲ ਆਉਂਦੇ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੁੰਮੀ ਆ ਪਾਣੀ ਵਿੱਚ ਹੈ, ਤਨ ਕਹੀਏ ਉਸ ਦੇ ਬੱਚੇ ਬਾਹਰ ਬਰੇਤੀ ਤੇ ਪਏ ਨੇ। ਪੰਖ ਖੀਰ ਤਨ ਨਾਹੀ, ਬੱਚਿਆਂ ਨੂੰ ਖੰਭ ਨਹੀਂ ਲੱਗੇ ਕਿ ਉੱਡ ਕੇ ਆਪਣਾ ਕਿਤੇ ਭੋਜਨ ਕਰ ਲੈਣ। ਵੀ ਕਛੂ ਕੁੰਮੀ ਦੇ ਬੱਚੇ ਉਹ ਦੇਖੋ ਉੱਡੇ ਜਾਂਦੇ, ਕਾਹਦੇ ਵਾਸਤੇ ਜਾਂਦੇ ਪਏ? ਭੋਜਨ ਲੱਭਣ ਵਾਸਤੇ। ਕਹਿਣ ਲੱਗੇ ਨਹੀਂ, ਲੱਗੇ ਹੀ ਨਹੀਂ ਖੰਭ ਤੇ ਉੱਡਣਾ ਕਿੱਥੋਂ ਹੈ? ਵਿਚਾਰੇ ਜਿੱਥੇ ਬੈਠੇ ਉੱਥੇ ਹੀ ਬੈਠੇ ਹੋਏ। ਤੇ ਦੂਜਾ ਬਚਨ ਮਹਾਰਾਜ ਦਾ ਇਹ ਹੈ ਵੀ ਚਲੋ ਜੇ ਬੱਚੇ ਨਹੀਂ ਉੱਡ ਸਕਦੇ ਤੇ ਉਹਨਾਂ ਦੀ ਮਾਂ ਜਿਹਨੇ ਉਹਨਾਂ ਨੂੰ ਜੰਮਿਆ ਹੈ, ਜਣਿਆ ਹੈ, ਉਹ ਆ ਕੇ ਦੁੱਧ ਪਿਲਾ ਕੇ ਹੀ ਪਾਲ ਦੇਵੇ। ਪਰ ਮਹਾਰਾਜ ਕਹਿਣ ਲੱਗੇ ਪੰਖ ਖੀਰ ਤਾਂ ਨਾ ਹੀ, ਖੀਰ ਨਾਮ ਹੈ ਦੁੱਧ ਦਾ,
ਪਰਮਾਤਮਾ ਨੇ ਕੱਛੂ ਕੁੰਮੀ ਨੂੰ ਦੁੱਧ ਦਿੱਤਾ ਹੀ ਨਹੀਂ ਹੈ ਵੀ ਅੱਗੇ ਦੁੱਧ ਪਿਲਾ ਸਕੇ, ਦੁੱਧ ਆਉਂਦਾ ਹੀ ਨਹੀਂ। ਪਰ ਗੁਰਮੁਖੋ ਕਿਹੋ ਜੀ ਦੇਵਨੇਤ ਹੈ, ਕਿਹੋ ਜਿਹਾ ਪਰਮਾਤਮਾ ਦਾ ਰਚਿਆ ਸੰਸਾਰ ਹੈ। ਕਹਿ ਪੂਰਨ ਧੰਨਾ ਤਾਹੀ ਕੋ ਮਾਤਰੇ ਜੀ ਡਰਾਹੀ। ਭਗਤ ਧੰਨਾ ਜੀ ਕਹਿਣ ਲੱਗੇ ਵੇਖੋ ਪਰਮਾਤਮਾ ਕੈਸਾ ਹੈ। ਰੇਤਾ ਦੇ ਵਿੱਚ ਪਏ ਹੋਏ ਉਹਨਾਂ ਨਿੱਕੇ ਨਿੱਕੇ ਬੋਟਾਂ ਨੂੰ, ਬੱਚਿਆਂ ਨੂੰ ਉਹ ਭਰਦਾ ਹੈ, ਉਹਨਾਂ ਦੇ ਪੇਟ ਭਰ ਕੇ ਉਹਨਾਂ ਨੂੰ ਪਾਲ ਲੈਂਦਾ ਹੈ। ਐਸਾ ਉਹ ਪਰਮਾਤਮਾ ਹੈ। ਸਗਲ ਸੰਸਾਰ ਰਚਿਓ ਪਸਾਰਾ। ਸਗਲੋ ਸਾਜ, ਸਾਰਿਆਂ ਨੂੰ ਬਣਾ ਕੇ ਸਾਜ ਕੇ ਤੇ ਫਿਰ ਇਸ ਪਸਾਰੇ ਦੀ ਉਹ ਰਾਖੀ ਕਰਦਾ। ਰਾਖੀ ਕਿਵੇਂ ਕਰਦਾ ਵੀ ਪਾਲਦਾ ਹੈ ਸਾਰਿਆਂ ਨੂੰ। ਜਿਵੇਂ ਕੱਛੂ ਕੁੰਮੀ ਦੇ ਬੱਚੇ ਨੂੰ ਪਾਲਿਆ, ਪੰਛੀ ਦੇ ਨਿੱਕੇ ਨਿੱਕੇ ਬੋਟ ਪਾਲਦਾ ਹੈ, ਜਾਨਵਰਾਂ ਦੇ ਬੱਚਿਆਂ ਨੂੰ ਦੁੱਧ ਦੇ ਨਾਲ ਪਾਲ ਦਿੰਦਾ। ਇਸੇ ਤਰ੍ਹਾਂ ਪਰਮਾਤਮਾ ਸਾਰਿਆਂ ਦੀ ਪਾਲਣਾ ਕਰਦਾ ਹੈ। ਪਾਲਣਾ ਕਰਕੇ ਰੱਖਿਆ ਕਰਦਾ। ਇਹ ਨਹੀਂ ਵੀ ਇਕੱਲਾ ਜੀਵ ਬਣਾ ਤੇ ਬਣਾ ਕੇ ਉਹਨੂੰ ਚੇਤਾ ਹੀ ਭੁੱਲ ਗਿਆ, ਨਹੀਂ, ਉਹ ਬਣਾ ਕੇ ਫਿਰ ਇਹਨਾਂ ਦੀ ਪਾਲਣਾ ਵੀ ਕਰਦਾ ਹੈ। ਬਹੁਵਿਧ ਰੂਪ ਰੰਗ ਅਪਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪ ਜੀ ਦਾ ਰੂਪ ਜਿਹੜਾ ਹੈ ਉਹ ਬਹੁਤ ਤਰ੍ਹਾਂ ਤਰ੍ਹਾਂ ਦਾ, ਕਿਉਂਕਿ ਆਪ ਜੀ ਹਰੇਕ ਰੰਗ ਦੇ ਵਿੱਚ, ਹਰੇਕ ਸਰੂਪ ਦੇ ਵਿੱਚ ਆਏ ਹੋਏ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਿਹਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਸਲੀ ਤੌਰ ਤੇ ਪ੍ਰਮਾਤਮਾ ਦਾ ਕੋਈ ਰੂਪ ਰੰਗ ਹੈ ਹੀ ਨਹੀਂ। ਪਰ ਜਿੰਨੇ ਆਪਾਂ ਦੁਨੀਆ ਦੇ ਜੀਵ ਆਏ, ਮਹਾਰਾਜ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਸਹਿਸ ਤਵ ਨੈਣ ਨਾਨ ਨੈਣ ਹੈ ਤੋਹੇ ਕਹੋ। ਜੇ ਪ੍ਰਮਾਤਮਾ ਦੇ ਨਿਰਗੁਣ ਸਰੂਪ ਦੀ ਗੱਲ ਕਰੀਏ ਤੇ ਉਹਦਾ ਕੋਈ ਨੇਤਰ ਹੈ ਹੀ ਨਹੀਂ। ਦੁਨੀਆ ਦੀ ਗੱਲ ਕਰੀਏ ਤੇ ਜਿੰਨੀਆਂ ਅੱਖਾਂ ਜਗਦੀਆਂ ਪਈਆਂ, ਵੇਖਦੀਆਂ ਪਈਆਂ ਸੰਸਾਰ ਨੂੰ, ਹੈ ਤੇ ਸਾਰੀਆਂ ਪ੍ਰਮਾਤਮਾ ਵਾਸਿਆ ਇਹਦੇ ਵਿੱਚ ਵੇਖਦਾ ਪਿਆ ਹੈ। ਬਹੁਵਿਧ ਰੂਪ, ਇਸ ਸੰਸਾਰ ਦੇ ਜੀਵਾਂ ਰੂਪੀ ਜਿਹੜਾ ਰੂਪ ਹੈ ਪਰਮਾਤਮਾ ਦਾ ਹੀ ਹੈ, ਜਿਹੜਾ ਕਈ ਤਰ੍ਹਾਂ ਦਾ ਬਣਾਇਆ ਹੈ। ਰੰਗ ਆ ਪਾਰਾ, ਉਸਦੇ ਰੰਗ ਜਿਹੜੇ ਕੌਤਕ ਨੇ ਉਹ ਵੀ ਪਾਰਾਵਾਰ ਤੋਂ ਰਹਿਤ ਹਨ। ਵੇਖੈ ਖੁਸ਼ੀ ਭੋਗ ਨਹੀਂ ਹਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਸਾਰਿਆਂ ਨੂੰ ਵੇਖਦਾ ਪਿਆ, ਹਰੇਕ ਰੂਪ ਨੂੰ, ਰੰਗ ਨੂੰ ਵੇਖਿਆ ਕਹੀਏ ਵੇਖਦਾ ਹੈ। ਉਹ ਭੋਗਨਹਾਰਾ ਪਰਮਾਤਮਾ ਫਿਰ ਖੁਸ਼ ਹੁੰਦਾ ਹੈ। ਦੁਨੀਆ ਬਣਾ ਕੇ ਨਾ, ਸੰਸਾਰ ਬਣਾ ਕੇ, ਸੰਸਾਰ ਨੂੰ ਵੱਖਰੇ ਵੱਖਰੇ ਕੰਮਾਂ 'ਚ ਲਾ ਕੇ ਫਿਰ ਆਪਣੀ ਖੇਡ ਨੂੰ ਵੇਖ ਕੇ ਉਹ ਖੁਸ਼ ਹੁੰਦਾ ਹੈ, ਬੜਾ ਪ੍ਰਸੰਨ ਹੁੰਦਾ। ਆਪਣੀ ਆਪ ਖੇਡ ਨੂੰ ਵੇਖ ਕੇ ਪ੍ਰਸੰਨਤਾ ਦੇ ਸਹਿਤ ਹੋ ਜਾਂਦਾ ਹੈ। ਸਭ ਰਸ ਲੈਤ ਬਸਤ ਨਿਰਾਰਾ। ਸਾਰਿਆਂ ਰਸਾਂ ਨੂੰ ਲੈਂਦਾ ਪਿਆ, ਸਰੀਰਾਂ ਵਿੱਚ ਬੈਠ ਕੇ ਰਸ ਲੈਂਦਾ ਹੈ। ਜਿੰਨੇ ਆਪਾਂ ਪਦਾਰਥ ਛਕਦੇ ਹਾਂ, ਸਾਰਿਆਂ ਪਦਾਰਥਾਂ ਦਾ ਰਸ ਪਰਮਾਤਮਾ ਲੈ ਰਿਹਾ ਹੈ। ਆਪ ਬੈਠਾ ਹੋਇਆ ਅੰਦਰ ਸਾਡੀ ਜ਼ੁਬਾਨ ਤੇ ਬੈਠ ਕੇ ਰਸ ਲੈਂਦਾ ਪਿਆ ਹੈ। ਗੁਰਮੁਖੋ ਪਦਾਰਥ ਕਿੰਨਾ ਮਿੱਠਾ ਬਣਿਆ, ਕਿੰਨਾ ਸਵਾਦ ਬਣਿਆ, ਤੁਸੀਂ ਆਪਣੀ ਉਂਗਲ ਤੇ ਰੱਖੋਗੇ ਨਹੀਂ ਪਤਾ ਲੱਗੇਗਾ। ਹੱਥ ਦੀ ਹਥੇਲੀ ਤੇ ਰੱਖੋਗੇ ਪਤਾ ਨਹੀਂ ਲੱਗੇਗਾ ਉਹ ਕਿੰਨਾ ਸਵਾਦ ਬਣਿਆ। ਜਿੰਨਾ ਚਿਰ ਜ਼ੁਬਾਨ ਤੇ ਨਹੀਂ ਰੱਖਦੇ ਉਨਾ ਚਿਰ ਉਹਦੇ ਸਵਾਦ ਦਾ ਪਤਾ ਨਹੀਂ ਲੱਗੇਗਾ। ਤੇ ਜ਼ੁਬਾਨ ਦੇ ਵਿੱਚ ਆਪ ਵਸਿਆ ਹੋਇਆ। ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਸਾਰੇ ਰਸਾਂ ਨੂੰ ਲੈਂਦਾ ਹੈ ਤੇ ਫਿਰ ਬਸਤ ਨਿਰਾਰਾ, ਫਿਰ ਸਾਰਿਆਂ ਤੋਂ ਨਿਰਲੇਪ ਵੀ ਰਹਿੰਦਾ ਹੈ। ਰਸ ਲੈ ਵੀ ਰਿਹਾ ਤੇ ਰਸ ਦੇ ਵਿੱਚ ਡੁੱਬਦਾ ਵੀ ਨਹੀਂ ਹੈ, ਗਲਤਾਨ ਵੀ ਨਹੀਂ ਹੁੰਦਾ ਹੈ। ਸਭ ਕੁਝ ਖਾਂਦਾ ਵੀ ਹੈ ਔਰ ਸਭ ਕਾਸੇ ਤੋਂ ਨਿਰਲੇਪ ਵੀ ਰਹਿੰਦਾ ਹੈ। ਵਰਨ ਤੇ ਨਾਹੀ ਮੁਖ ਨਾ ਪਾਸਾਰ ਮਸਾਰਾ। ਉਸ ਪਰਮਾਤਮਾ ਦਾ ਵਰਨ ਕੋਈ ਨਹੀਂ ਹੈ। ਜਿਵੇਂ ਹੈ ਨਾ ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼, ਪਰਮਾਤਮਾ ਦਾ ਕੋਈ ਵਰਨ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਪਰਮਾਤਮਾ ਬ੍ਰਾਹਮਣ ਹੈ, ਕਿ ਉਹ ਖੱਤਰੀ ਹੈ, ਕਿ ਉਹ ਸ਼ੂਦਰ ਹੈ, ਕਿ ਵੈਸ ਹੈ। ਨਹੀਂ, ਉਹਦਾ ਕੋਈ ਵਰਨ ਹੈ ਹੀ ਨਹੀਂ। ਤੇ ਗੁਰਮੁਖੋ ਚਿਹਨ ਨਾਮ ਹੁੰਦਾ ਹੈ ਨਿਸ਼ਾਨੀ ਦਾ, ਉਹਦੀ ਕੋਈ ਨਿਸ਼ਾਨੀ ਵੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ। ਉਹ ਨਿਸ਼ਾਨੀਆਂ ਤੋਂ ਵੀ ਪਰੇ ਹੈ।
ਮੁਖ ਨਾ ਮਸਾਰਾ, ਨਾ ਉਹਦਾ ਮੁਖ ਹੈ ਤੇ ਨਾ ਹੀ ਉਹਦੇ ਮੁਖ ਤੇ ਕੋਈ ਦਾੜਾ ਹੈ। ਮਸਾਰਾ ਨਾਮ ਦਾੜੇ ਦਾ ਹੈ। ਜੇ ਮੁਖ ਹੋਵੇਗਾ ਤੇ ਦਾੜਾ ਤੇ ਤਾਂ ਹੀ ਆਵੇਗਾ ਨਾ, ਤੇ ਜੇ ਮੁਖ ਹੀ ਨਾ ਹੋਇਆ ਤੇ ਫਿਰ ਦਾੜਾ ਕਿੱਥੋਂ ਆਉਣਾ ਹੈ। ਨਾ ਕੋਈ ਉਹਦਾ ਮੂੰਹ ਹੈ ਤੇ ਨਾ ਹੀ ਉਸਦੇ ਮੁਖ ਤੇ ਕੋਈ ਦਾੜਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਵਰਨ ਚ ਨਹੀਂ ਮੁਖ ਨਾਮ ਸਾਰਾ। ਸਤਿਗੁਰੂ ਕਹਿਣ ਲੱਗੇ ਨਾ ਉਹਦਾ ਕੋਈ ਵਰਨ ਹੈ, ਨਾ ਉਹਦਾ ਕੋਈ ਚਿਹਨ ਹੈ, ਨਾ ਉਹਦਾ ਕੋਈ ਮੁਖ ਹੈ। ਤੇ ਮਸਾਰਾ ਤੋਂ ਭਾਵ ਹੁੰਦਾ ਮਾਸ, ਤੇ ਮਾਸ ਤੋਂ ਭਾਵ ਲੈ ਲੈਣਾ ਸਰੀਰ, ਕਿਉਂਕਿ ਸਰੀਰ ਮਾਸ ਦਾ ਹੀ ਬਣਿਆ ਨਾ ਉਹਦਾ ਕੋਈ ਮੁਖ ਹੈ, ਨਾ ਉਸਦਾ ਕੋਈ ਸਰੀਰ ਹੈ। ਉਹ ਸਰੀਰ ਦੇ ਵਿੱਚ ਵੀ ਆਇਆ ਹੋਇਆ ਨਹੀਂ ਹੈ। ਕਹਿ ਨਾ ਜਾਈ ਖੇਲ ਤੁਹਾਰਾ। ਸਤਿਗੁਰੂ ਤੁਹਾਡੇ ਖੇਲ ਨੂੰ ਕਿਹਾ ਨਹੀਂ ਜਾ ਸਕਦਾ। ਇਹ ਪ੍ਰਮਾਤਮਾ ਜਿਹੜੀ ਤੂੰ ਖੇਡ ਖੇਡਦਾ ਪਿਆ ਨਾ ਦੁਨੀਆ ਦੇ ਵਿੱਚ, ਇਸ ਖੇਡ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾਂਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸਾਨੂੰ ਆਪਣਿਆਂ ਸੰਤਾਂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰੋ। ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ, ਸੰਤਨ ਕੀ ਧੂਰੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਆਪਣਾ ਮਸਤਕ ਜਿਹੜਾ ਮੱਥਾ ਤਾਂ ਹੀ ਥੱਲੇ ਲਾਈਦਾ ਆ ਕੇ ਵੀ ਸਾਡਾ ਮਾੜਾ ਲੇਖ ਮਿਟ ਜਾਵੇ ਤੇ ਚੰਗੇ ਲੇਖਾਂ ਦੀ ਪ੍ਰਾਪਤੀ ਹੋ ਜਾਵੇ। ਔਰ ਆਪਾਂ ਇਹ ਸਾਖੀ ਕਈ ਵਾਰੀ ਸਰਵਣ ਕੀਤੀ ਹੈ ਭਾਈ ਸ਼ਾਬਾਸ਼ ਸਿੰਘ ਤੇ ਸ਼ੁਬੇਗ ਸਿੰਘ ਦੀ, ਕਿ ਕਿਸ ਤਰ੍ਹਾਂ ਉਸਨੇ ਲਿਖਿਆ ਹੋਇਆ ਮਾੜਾ ਲੇਖ ਮੇਟ ਕੇ ਚੰਗਾ ਲੇਖ ਲਿਖਿਆ। ਗੁਰਮੁਖੋ ਇਹ ਸੰਗਤ ਦੇ ਵਿੱਚ ਗੁਣ ਹੈ। ਜਦੋਂ ਆਪਾਂ ਨਮਸਕਾਰ ਕਰਦੇ ਹਾਂ, ਇੱਥੇ ਮਾੜੇ ਲੇਖ ਉੱਡ ਜਾਂਦੇ, ਖਤਮ ਹੋ ਜਾਂਦੇ। ਸੰਗਤ ਵਿੱਚ ਤਾਂ ਆਉਣ ਵਾਸਤੇ ਆਖਿਆ ਜਾਂਦਾ ਹੈ। ਆਪਾਂ ਕਹਿ ਦਿੰਦੇ ਮੈਂ ਤੇ ਕੱਲ ਗੁਰਦੁਆਰੇ ਗਿਆ ਸੀ, ਮੈਂ ਤੇ ਪਿਛਲੇ ਐਤਵਾਰ ਗਿਆ ਸੀ, ਮੈਂ ਤੇ ਪਿਛਲੀ ਮੱਸਿਆ ਤੇ ਮੱਥਾ ਟੇਕ ਕੇ ਆਇਆ। ਸਾਨੂੰ ਇਹ ਹੁੰਦਾ ਵੀ ਬਸ ਮੱਥਾ ਟੇਕ ਕੇ ਆ ਗਿਆ, ਹੁਣ ਮੈਨੂੰ ਲੋੜ ਨਹੀਂ ਹੈ। ਗੁਰੂ ਘਰ ਆਉਣ ਦਾ ਮਤਲਬ ਇਹ ਹੈ, ਸੰਗਤ ਵਿੱਚ ਆਉਣ ਦਾ ਭਾਵ ਇਹ ਹੈ ਵੀ ਤੇਰਾ ਮੱਥਾ ਗੁਰੂ ਦੇ ਅੱਗੇ ਆ ਕੇ ਝੁਕੇ, ਤੇਰਾ ਮੱਥਾ ਧਰਤੀ ਤੇ ਲੱਗੇਗਾ, ਸੰਗਤ ਦੇ ਚਰਨਾਂ ਦੀ ਧੂੜ ਤੇਰੇ ਮਸਤੇ ਤੇ ਲੱਗੇਗੀ। ਪਤਾ ਨਹੀਂ ਉਹ ਕਿਹੜਾ ਸਮਾਂ ਹੋਵੇਗਾ ਜਦੋਂ ਤੇਰੇ ਮਾੜੇ ਲੇਖ ਮਿਟ ਜਾਣਗੇ, ਸ਼ੁਭ ਲੇਖਾਂ ਦੀ ਪ੍ਰਾਪਤੀ ਹੋਵੇਗੀ। ਤਾਂ ਤੇਰਾ ਆਉਣਾ ਜ਼ਰੂਰੀ ਹੈ, ਰੋਜ਼ ਆਉਣਾ ਤਾਂ ਜ਼ਰੂਰੀ ਹੈ। ਇਸ ਕਰਕੇ ਬੇਨਤੀ ਕਰਿਆ ਕਰਕੇ ਮਹਾਰਾਜ ਮੈਨੂੰ ਆਪਣੇ ਸਾਧੂਆਂ ਦੇ ਚਰਨਾਂ ਦੀ ਧੂੜੀ ਬਖਸ਼ਣਾ ਕਰੋ। ਉਹੀ ਮਹਲਾ ਪੰਜਵਾਂ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਓ ਮੈਂ ਆਇਆ ਸਰਣੀ ਆਇਆ, ਭਰੋਸੇ ਆਇਆ, ਕਿਰਪਾ ਆਇਆ। ਸਤਿਗੁਰੂ ਬਖਸ਼ਿਸ਼ ਕਰਦੇ ਜਿਸ ਵੇਲੇ ਪ੍ਰਮਾਤਮਾ ਜੀ ਆਪ ਜੀ ਕਿਰਪਾ ਕਰਨ ਤੇ ਆਏ, ਕਿਰਪਾ ਆਇਆ। ਜਿਸ ਵੇਲੇ ਤੁਸੀਂ ਕਿਰਪਾ ਕਰਨ ਤੇ ਆਏ ਹੋ, ਤੁਹਾਡੀ ਕਿਰਪਾ ਹੋਈ ਹੈ, ਸ਼ਰਣੀ ਆਇਆ, ਮੈਂ ਗੁਰੂ ਦੀ ਸ਼ਰਨ ਵਿੱਚ ਆਇਆ। ਉਸ ਵੇਲੇ ਜਦੋਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ, ਸਤਿਗੁਰਾਂ ਨੇ ਉਸ ਵੇਲੇ ਕਿਰਪਾ ਕੀਤੀ, ਮੈਨੂੰ ਨਾਮ ਦਿੱਤਾ, ਸ਼ਰਨ ਵਿੱਚ ਆਇਆ ਵੇਖ ਕੇ, ਤੇ ਮੈਂ ਫਿਰ ਨਾਮ ਜਪਿਆ ਤੇ ਫਿਰ ਮੈਂ ਭਰੋਸੇ ਦੇ ਸਹਿਤ ਹੋ ਗਿਆ। ਪਰਮੇਸ਼ਰ ਜੋ ਹੈ ਉਹ ਜੀਵ ਨੂੰ ਗੁਰੂ ਦੇ ਕੋਲ ਭੇਜਦਾ ਹੈ ਤੇ ਗੁਰੂ ਉਸ ਨੂੰ ਕਮਾਈ ਕਰਵਾਉਂਦਾ ਹੈ ਵੀ ਭਾਈ ਨਾਮ ਜਪ, ਸੇਵਾ ਕਰ। ਨਾਮ ਦੀ ਕਮਾਈ ਕਰਵਾ ਕੇ ਗੁਰੂ ਫਿਰ ਪਰਮੇਸ਼ਰ ਕੋਲ ਭੇਜਦਾ ਹੈ ਮੁਕਤ ਹੋਣ ਵਾਸਤੇ। ਬਚਨ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿਣ ਲੱਗੇ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਮੁਕਤੀ ਦੋਨਾਂ ਨੇ ਕਰਨੀ ਹੈ, ਕਿਉਂਕਿ ਪਰਮੇਸ਼ਰ ਨੇ ਤੈਨੂੰ ਸੰਤ ਕੋਲ ਭੇਜਿਆ ਹੈ। ਤੇ ਸੰਤ ਦਾ ਕੰਮ ਇਹ ਹੈ ਵੀ ਜੀਵਨ ਨੂੰ ਘਟਣਾ, ਤੇਰੀਆਂ ਬੁਰਾਈਆਂ ਨੂੰ ਦੂਰ ਕਰਨਾ, ਤੇਰੇ ਵਿੱਚ ਗੁਣਾਂ ਨੂੰ ਪੈਦਾ ਕਰਨਾ। ਇਹ ਸੰਤ ਦਾ ਕੰਮ ਹੈ, ਇਹ ਗੁਰੂ ਦਾ ਕੰਮ ਹੈ। ਗੁਰੂ ਦੇ ਕੋਲ ਭੇਜਿਆ ਪਰਮੇਸ਼ਰ ਨੇ ਹੀ ਹੈ। ਤੁਹਾਡੇ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਤੁਸੀਂ ਤਾਂ ਚੱਲ ਕੇ ਆਏ ਹੋ ਇੱਕ ਇੱਕ ਕਦਮ ਗੁਰੂ ਦੇ ਕੋਲ। ਇੱਥੇ ਆ ਕੇ ਗੁਰੂ ਨੇ ਤੁਹਾਡੇ ਜੀਵਨ ਨੂੰ ਘਟਣਾ ਹੈ, ਤੁਹਾਡੇ ਔਗਣਾਂ ਨੂੰ ਦੂਰ ਕਰਨਾ, ਤੁਹਾਨੂੰ ਸ਼ੁਭ ਗੁਣ ਦੇਣੇ ਨੇ। ਸ਼ੁਭ ਗੁਣ ਮਿਲਣਗੇ ਗੁਰਬਾਣੀ ਦੇ ਰਾਹੀਂ। ਗੁਰੂ ਗ੍ਰੰਥ ਸਾਹਿਬ ਕੀ ਆਖਦੇ ਪਏ, ਫਿਰ ਅਸੀਂ ਸ਼ੁਭ ਗੁਣ ਸਿੱਖਾਂਗੇ, ਔਗਣਾਂ ਨੂੰ ਛੱਡਾਂਗੇ।
ਤੇ ਘੜਦਿਆਂ ਸਾਡਾ ਜਨਮ, ਸਾਡਾ ਜੀਵਨ ਇੰਨਾ ਘੜਿਆ ਜਾਏਗਾ ਕਿ ਜਦੋਂ ਅਸੀਂ ਰੱਬ ਦੇ ਦਰਗਾਹ ਵਿੱਚ ਜਾਵਾਂਗੇ ਨਾ, ਉੱਥੇ ਕੋਈ ਹਿਸਾਬ ਕਿਤਾਬ ਨਹੀਂ ਪੁੱਛੇਗਾ। ਗੁਰਮੁਖੋ ਆਪਾਂ ਇਸ ਤਰ੍ਹਾਂ ਕਹਿ ਲਈਏ, ਸਾਡੀ ਫਾਈਲ ਹੈ ਨਾ ਕੋਈ ਅਸੀਂ ਲਾਈ ਹੋਈ, ਤੇ ਅਫਸਰ ਬੈਠੇ ਹੋਏ, ਉਹ ਪੂਰੀ ਛਾਣਬੀਣ ਕਰਦੇ, ਜਿਹੜੇ ਕਾਗਜ਼ ਪੱਤਰ ਘੱਟ ਨੇ ਉਹ ਮੰਗਾਏ ਜਾਂਦੇ, ਜਿਹੜੇ ਵੱਧ ਨੇ ਹਟਾਏ ਜਾਂਦੇ। ਤੇ ਜਦੋਂ ਕਿਤੇ ਜਾ ਕੇ ਪਹੁੰਚਦੀ ਹੈ ਨਾ ਆਪਣੀ ਅਸਲੀ ਥਾਂ ਤੇ ਵੱਡੇ ਅਫਸਰ ਦੇ ਕੋਲ, ਉਹ ਫਿਰ ਵੇਖਦਾ ਨਹੀਂ ਹੈ, ਉਸੇ ਵੇਲੇ ਸਾਈਨ ਕਰਕੇ ਦਸਤਖਤ ਕਰਕੇ ਉਸ ਨੂੰ ਪਾਸ ਕਰ ਦਿੰਦਾ। ਉਹਨੂੰ ਪਤਾ ਹੈ ਵੀ ਇਹ ਥੱਲਿਓਂ ਉੱਪਰ ਨੂੰ ਆਈ ਹੈ, ਇਹਦੇ ਵਿੱਚ ਵਾਧਾ ਘਾਟਾ ਕੋਈ ਨਹੀਂ ਹੈ, ਸਭ ਕੁਝ ਇਹਦੇ ਵਿੱਚ ਪੂਰਾ ਹੋ ਚੁੱਕਿਆ ਹੈ। ਇਸੇ ਤਰ੍ਹਾਂ ਗੁਰਮੁਖੋ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਕਿਸੇ ਸਾਧੂ ਦੀ ਸ਼ਰਨ ਵਿੱਚ ਆਉਂਦੇ ਹਾਂ, ਇੱਥੇ ਸਾਡੇ ਔਗੁਣਾਂ ਦੀ ਘਾਟ ਨੂੰ ਕੱਢਿਆ ਜਾਂਦਾ, ਗੁਣਾਂ ਨੂੰ ਭਰਿਆ ਜਾਂਦਾ। ਜਦੋਂ ਇਸ ਤਰ੍ਹਾਂ ਦਾ ਜੀਵਨ ਕਮਾ ਕੇ ਪ੍ਰਮਾਤਮਾ ਦੀ ਦਰਗਾਹ ਵਿੱਚ ਜਾਵਾਂਗੇ ਨਾ, ਉੱਥੇ ਫਿਰ ਪ੍ਰਮਾਤਮਾ ਪੁੱਛੇਗਾ ਨਹੀਂ, ਬਿਨਾਂ ਪੁੱਛਣ ਤੋਂ ਤੈਨੂੰ ਮੁਕਤ ਕਰ ਦੇਵੇਗਾ। ਉਸ ਨੂੰ ਪਤਾ ਵੀ ਇਹ ਗੁਰੂ ਦੀ ਹਜ਼ੂਰੀ ਵਿੱਚੋਂ ਆਇਆ ਹੈ, ਇਹਦਾ ਜੀਵਨ ਘੜਿਆ ਜਾ ਚੁੱਕਿਆ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਸੇਵਾ ਕਰਨ ਵਾਸਤੇ ਦੋ ਬੜੇ ਭਲੇ ਨੇ, ਇੱਕ ਹੈ ਸੰਤ ਇੱਕ ਹੈ ਰਾਮ। ਪਰ ਗੱਲ ਇਹ ਹੈ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਜੇ ਸੰਤ ਨੇ ਨਾਮ ਜਪਾਇਆ ਹੈ ਤੇ ਰਾਮ ਨੇ ਮੁਕਤੀ ਤਾਂ ਦਿੱਤੀ ਹੈ, ਜੇ ਨਾਮ ਨਾ ਜਪਾਉਂਦਾ ਤੇ ਮੁਕਤੀ ਕਿਵੇਂ ਮਿਲਦੀ। ਸਤਿਗੁਰੂ ਕਹਿਣ ਲੱਗੇ ਕਿਰਪਾ ਆਇਆ, ਜਿਸ ਵੇਲੇ ਪ੍ਰਮਾਤਮਾ ਕਿਰਪਾ ਕਰਨ ਤੇ ਆਇਆ, ਤਾਂ ਮੈਂ ਸ਼ਰਣੀ ਆਇਆ, ਤਾਂ ਮੈਂ ਗੁਰੂ ਦੀ ਸ਼ਰਨ ਵਿੱਚ ਆਇਆ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਜਪਿਆ, ਸੇਵਾ ਕੀਤੀ ਹੈ, ਤੇ ਮੈਨੂੰ ਭਰੋਸਾ ਆ ਗਿਆ ਗੁਰੂ ਦੇ ਉੱਪਰ, ਤੇ ਫਿਰ ਗੁਰੂ ਨੇ ਕਿਰਪਾ ਕੀਤੀ ਹੈ, ਮੈਂ ਉਸੇ ਭਰੋਸੇ ਦੇ ਸਹਿਤ ਸੰਸਾਰ ਤੋਂ ਤਰ ਗਿਆ। ਤੇ ਗੁਰਮੁਖੋ ਇਹ ਭਰੋਸਾ ਹੀ ਹੈ ਨਾ, ਜਦੋਂ ਬਚਿੱਤਰ ਸਿੰਘ ਨੂੰ ਕਹਿੰਦੇ ਪੈ ਜਾ ਕੇ ਹਾਥੀ ਦੇ ਸਿਰ ਵਿੱਚ ਮਾਰ ਜਾ ਕੇ ਬਰਛਾ ਨਾਗਨੀ, ਤੇ ਭਰੋਸਾ ਹੀ ਸੀ ਨਾ ਵੀ ਮਹਾਰਾਜ ਨੇ ਆਖਿਆ ਤੇ ਮਾਰ ਹੀ ਦੇਣਾ ਹੈ। ਤੇ ਭਾਈ ਬਿਧੀ ਚੰਦ ਬਲ ਦੇ ਭੱਠ ਵਿੱਚ ਬੈਠ ਕੇ ਭਰੋਸਾ ਹੈ, ਤਾਂ ਇਹ ਭਰੋਸਾ ਆਉਂਦਾ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਜੋ ਭਾਵਾ ਤਿਉ ਰੱਖੋ ਸੁਆਮੀ। ਐ ਸੁਆਮੀ ਮਾਲਕ, ਜਿਵੇਂ ਵੀ ਤੁਹਾਨੂੰ ਭਾਉਂਦਾ ਹੈ ਸਾਨੂੰ ਰੱਖ ਲਓ, ਰੱਖ ਲੈ ਰੱਖ ਲੈ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਮਹਾਰਾਜ ਅਸੀਂ ਸ਼ਰਨ ਵਿੱਚ ਆ ਗਏ, ਜਿਵੇਂ ਕਿਵੇਂ ਸਾਡਾ ਭਲਾ ਹੁੰਦਾ ਉਵੇਂ ਕਰ ਹੀ ਦਿਓ, ਅਸੀਂ ਪੁੱਛਦੇ ਨਹੀਂ ਕੁਝ, ਪਰ ਬਚਨ ਇਹ ਆ ਵੀ ਸਾਡਾ ਭਲਾ ਕਰ ਦਿਓ। ਮਹਾਰਾਜ ਕਹਿਣ ਲੱਗੇ ਜੋ ਭਾਵੈ ਤਿਉ ਰਾਖੋ ਸੁਆਮੀ। ਹੈ ਸੁਆਮੀ ਮਾਲਕ, ਜਿਵੇਂ ਭਾਉਂਦਾ ਹੈ ਨਾ ਤੈਨੂੰ ਚੰਗਾ ਲੱਗਦਾ, ਉਵੇਂ ਸਾਨੂੰ ਰੱਖ ਲੈਣਾ ਕਰ। ਮਾਰਗ ਗੁਰ ਹੈ ਪਠਾਇਆ, ਸਾਨੂੰ ਤੁਹਾਡੇ ਰਾਹ ਦੇ ਉੱਪਰ ਗੁਰੂ ਨੇ ਭੇਜਿਆ ਹੈ। ਬਚਨ ਆ ਗਿਆ ਨਾ ਉਹੀ ਜਿਹੜਾ ਆਪਾਂ ਪਹਿਲਾਂ ਸਰਵਣ ਕੀਤਾ, ਪਰਮਾਤਮਾ ਦੇ ਰਾਹ ਦੇ ਉੱਪਰ ਗੁਰੂ ਹੀ ਤੋਰਦਾ ਹੈ। ਪਰ ਗੁਰਮੁਖੋ ਗੁਰੂ ਪੂਰਾ ਹੋਵੇ। ਦੁਨੀਆ ਵਿੱਚ ਬਥੇਰੇ ਅਧੂਰੇ ਪਖੰਡੀ ਤੁਰੇ ਫਿਰਦੇ ਜੋ ਤੁਹਾਡਾ ਸ਼ੋਸ਼ਣ ਕਰ ਦੇਣਗੇ, ਲੁੱਟ ਲੈਣਗੇ। ਪੂਰੇ ਗੁਰੂ ਨੇ ਤੁਹਾਨੂੰ ਪਰਮਾਤਮਾ ਦੇ ਰਸਤੇ ਤੇ ਤੋਰਿਆ ਹੈ। ਗੁਰੂ ਕਿਹਾ ਸਿੱਖਾ ਆਹ ਰਾਹ ਤੁਰਿਆ ਜਾ, ਇਹ ਰਾਹ ਸਿੱਧਾ ਪਰਮੇਸ਼ਰ ਦੇ ਦਰ ਤੇ ਜਾਂਦਾ ਹੈ। ਤੇ ਉਹ ਰਾਹ ਕੀ ਹੈ? ਪਰਮਾਤਮਾ ਦੇ ਨਾਮ ਜਪਣ ਦਾ ਰਸਤਾ। ਭੁੱਲੇ ਮਾਰਗ ਜਿਨਹਿ ਬਤਾਇਆ। ਅਸੀਂ ਰਾਹ ਤੋਂ ਭੁੱਲ ਗਏ ਹਾਂ, ਨਾਮ ਜਪਣ ਵਾਲੇ ਰਾਹ ਤੋਂ ਭੁੱਲ ਕੇ ਅਸੀਂ ਹੋਰ ਰਾਹ ਤੇ ਪੈ ਗਏ, ਵਰਤ ਰੱਖਣ ਲੱਗ ਪਏ। ਅਸੀਂ ਜਪਾਂ ਦੇ ਵਿੱਚ, ਤਪਾਂ ਦੇ ਵਿੱਚ, ਪੁੰਨਾਂ ਦੇ ਵਿੱਚ, ਪਾਪਾਂ ਦੇ ਵਿੱਚ, ਦਾਨ ਦੇ ਵਿੱਚ, ਪੁੰਨ ਦੇ ਵਿੱਚ, ਇਹੋ ਜਿਹੇ ਕੰਮਾਂ ਵਿੱਚ ਲੱਗ ਗਏ। ਉਹ ਰਸਤੇ ਬੜੇ ਵਿਖੜੇ ਨੇ, ਬੜੇ ਵਲਦਾਰ ਨੇ, ਵਲ ਪਾ ਕੇ ਆਉਣਗੇ, ਲੰਮਾ ਸਮਾਂ ਲੱਗੇ। ਸਤਿਗੁਰਾਂ ਨੇ ਸਿੱਧਾ ਰਸਤਾ ਸਾਨੂੰ ਵਿਖਾਇਆ। ਆਹ ਸਿੱਧਾ ਰਸਤਾ ਸੌਖਾ ਕਿਹੜਾ? ਨਾਮ ਜਪਣ ਦਾ। ਨਾਮ ਜਪਣਾ ਥੋੜਾ ਪੈਂਦਾ, ਉਹਦਾ ਫਲ ਜ਼ਿਆਦਾ ਹੈ। ਆਪਾਂ ਕੋਈ ਬਿਜ਼ਨਸ ਕਰਦੇ ਹਾਂ, ਵਪਾਰ ਕਰਦੇ ਹਾਂ, ਤੇ ਬਹੁਤੀ ਜਨਤਾ ਉਸ ਪਾਸੇ ਨੂੰ ਜਾਂਦੀ ਹੈ ਜਿਹਦੇ ਵਿੱਚ ਮਿਹਨਤ ਥੋੜੀ ਲੱਗੇ, ਰਕਮ ਥੋੜੀ ਲੱਗੇ, ਫਾਇਦਾ ਵੱਡਾ ਹੋਵੇ, ਲਾਭ ਜ਼ਿਆਦਾ ਹੋਵੇ। ਤੇ ਸਤਿਗੁਰਾਂ ਨੇ ਸਾਨੂੰ ਇਹ ਲਾਭ ਬਖਸ਼ਿਆ ਹੈ। ਨਾਮ ਥੋੜਾ ਸਮਾਂ ਵੀ ਜਪ ਲਵੇਂਗਾ ਨਾ, ਕਿਨਕਾ ਏਕ ਜਿਸ ਜੀ ਬਸਾਵੈ, ਥੋੜਾ ਜਿਹਾ ਵੀ ਜਪ ਲੈਂਗੇ ਉਹਦਾ ਮਹੱਤਵ ਬੜਾ ਵੱਡਾ, ਫਲ ਬੜਾ ਵੱਡਾ ਹੈ। ਮਾਰਗ ਗੁਰ ਹੈ ਪਠਾਇਆ। ਸਤਿਗੁਰਾਂ ਨੇ ਨਾਮ ਦੇ ਰਸਤੇ ਤੇ ਤੋਰ ਕੇ ਹੈ ਪ੍ਰਮਾਤਮਾ ਮੈਨੂੰ ਤੁਹਾਡੇ ਦਰ ਤੇ ਭੇਜਿਆ ਹੈ।
ਦੁੱਤਰ ਮਾਇਆ। ਮਹਾਰਾਜ ਜੀ ਇਹ ਮਾਇਆ ਬੜੀ ਦੁੱਤਰ ਹੈ, ਬੜੀ ਔਖੀ ਹੈ, ਇਹਨੂੰ ਤਰਿਆ ਨਹੀਂ ਜਾਂਦਾ ਹੈ। ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ, ਪਰ ਮਾਇਆ ਤੋਂ ਛੁਟਕਾਰਾ ਹੁੰਦਾ ਨਹੀਂ। ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪਕੜ ਲੈਂਦੀ ਹੈ ਆ ਕੇ। ਇਹ ਬੜੀ ਦੁੱਤਰ ਔਖੀ ਮਾਇਆ ਹੈ। ਜੈਸੇ ਪਵਨ ਝੁਲਾਇਆ। ਪਰ ਗੁਰਮੁਖੋ ਇਹ ਮਾਇਆ ਕਿਵੇਂ ਆਉਂਦੀ ਜਾਂਦੀ ਹੈ? ਜਿਵੇਂ ਹਵਾ ਦਾ ਬੁੱਲਾ। ਆਪਾਂ ਖਲੋਤੇ ਨਾ ਬਾਹਰ ਕਿਤੇ ਮੈਦਾਨ ਦੇ ਵਿੱਚ, ਕਿਤੇ ਗਰਾਊਂਡ ਦੇ ਵਿੱਚ, ਕਿਤੇ ਖੁੱਲੀ ਥਾਂ ਤੇ ਖਲੋਤੇ ਹੋਏ ਆ, ਇੱਕ ਪਾਸਿਓਂ ਹਵਾ ਦਾ ਬੁੱਲਾ ਲੱਗਾ, ਆਪਾਂ ਆਖਿਆ ਹਾ 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 ਬੜੀ ਠੰਡੀ ਹਵਾ ਆਈ ਹੈ। ਨਾਲ ਹੀ ਹਵਾ ਸਾਡੇ ਸਰੀਰ ਨੂੰ ਲਾ ਕੇ ਅਗਲੇ ਪਾਸੇ ਲੰਘ ਗਈ, ਸਾਡੇ ਕੋਲ ਖਲੋਤੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਹਵਾ ਦਾ ਬੁੱਲਾ ਇੱਕ ਪਾਸਿਓਂ ਆਇਆ, ਸਰੀਰ ਨੂੰ ਖਹਿ ਗਿਆ, ਅੱਗੇ ਲੰਘ ਗਿਆ। ਬਿਲਕੁਲ ਮਾਇਆ ਇਸੇ ਤਰ੍ਹਾਂ ਦੀ ਹੈ, ਇੱਕ ਪਾਸਿਓਂ ਆਉਂਦੀ ਹੈ, ਜਦੋਂ ਆਉਂਦੀ ਆਪਾਂ ਆਖਦੇ ਬੱਲੇ ਬੱਲੇ ਬੜਾ ਚੰਗਾ, ਪਰ ਉਹ ਬਹੁਤਾ ਸਮਾਂ ਖਲੋਂਦੀ ਨਹੀਂ ਹੈ। ਥੋੜਾ ਜਿਹਾ ਸਮਾਂ ਖਲੋ ਕੇ ਫਿਰ ਅੱਗੇ ਲੰਘ ਜਾਂਦੀ, ਸਾਨੂੰ ਛੱਡ ਜਾਂਦੀ। ਜਬ ਕਿਛ ਪਾਏ ਤਬ ਗਰਭ ਕਰਤ ਹੈ। ਜਦੋਂ ਮਾਇਆ ਆਉਂਦੀ ਹੈ ਨਾ ਫਿਰ ਹੰਕਾਰ ਕਰਦਾ, ਜਦੋਂ ਅੱਗੇ ਨਿਕਲ ਜਾਂਦੀ ਹੈ ਫਿਰ ਰੋਵਣ ਲੱਗਦਾ ਹੈ, ਫਿਰ ਰੋਣ ਲੱਗ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁੱਤਰ ਮਾਇਆ ਜੈਸੇ ਪਵਨ ਝੁਲਾਇਆ। ਇਹ ਮਾਇਆ ਹੈ ਬੜੀ ਔਖੀ ਕਮਾਉਣੀ, ਇਕੱਠੀ ਕਰਨੀ, ਪਰ ਇਹ ਮਾਇਆ ਦਾ ਆਉਣਾ ਜਾਣਾ ਇਸ ਤਰ੍ਹਾਂ ਜਿਵੇਂ ਹਵਾ ਦਾ ਬੁੱਲਾ ਇੱਕ ਪਾਸਿਓਂ ਆਇਆ, ਸਰੀਰ ਨੂੰ ਖਹਿ ਕੇ ਦੂਜੇ ਪਾਸੇ ਲੰਘ ਗਿਆ। ਨਾ ਹਵਾ ਇੱਕ ਥਾਂ ਤੇ ਖੜੀ ਹੈ, ਨਾ ਮਾਇਆ ਇੱਕ ਥਾਂ ਤੇ ਖੜਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਮਹਾ ਦੁੱਤਰ ਮਾਇਆ ਜੈਸੇ ਪਵਨ ਝੁਲਾਇਆ। ਕਹਿਣ ਲੱਗੇ ਮਾਇਆ ਤਰਨੀ ਬੜੀ ਕਠਿਨ ਹੈ, ਔਖੀ ਹੈ। ਮਹਾਰਾਜ ਕਿਵੇਂ ਔਖੀ ਹੈ? ਤੇ ਸਤਿਗੁਰੂ ਫਰਮਾਉਂਦੇ ਹਨ ਸੁਨ ਸੁਨ ਹੀ ਡਰਾਇਆ। ਜੈਸੇ ਪਵਨ ਝੁਲਾਇਆ। ਕਹਿਣ ਲੱਗੇ ਦੀਵਾ ਜਗਦਾ ਪਿਆ ਨਾ ਕੰਧ ਤੇ ਪਿਆ। ਅੱਜ ਤੇ ਚਲੋ ਸਮਾਂ ਬਦਲ ਗਿਆ, ਬਲਬ ਆ ਗਏ, ਕਈ ਤਰ੍ਹਾਂ ਦੀਆਂ ਲਾਈਟਾਂ ਆ ਗਈਆਂ। ਪਹਿਲੇ ਸਮੇਂ ਵਿੱਚ ਲੋਕ ਦੀਵਾ ਜਗਾਉਂਦੇ, ਤੇ ਦੀਵੇ ਤੋਂ ਬਾਅਦ ਵਿੱਚ ਲਾਲਟੈਨ ਬਣ ਗਈ, ਉਹਦੇ ਉੱਪਰ ਕੱਚ ਲੱਗਾ ਹੁੰਦਾ। ਉਹਦੇ ਕੱਚ ਲੱਗਣ ਤੋਂ ਭਾਵ ਇਹ ਸੀ ਵੀ ਇਹਨੂੰ ਹਵਾ ਨਾ ਲੱਗੇ, ਇਹ ਬੁਝ ਨਾ ਜਾਵੇ। ਪਰ ਜਿਹਦੇ ਤੇ ਕੱਚ ਨਹੀਂ ਨਾ ਲੱਗਾ, ਕੱਲਾ ਦੀਵਾ ਹੀ ਹੈ, ਉਹਨੂੰ ਕੰਧ ਤੇ ਰੱਖ ਦਿਓ ਜਗਾ ਕੇ, ਉਹ ਦੀਵੇ ਦੀ ਜਿਹੜੀ ਲਾਟ ਹੈ ਉਹ ਆਪਣੇ ਆਪ ਹੀ ਹਿਲਦੀ ਰਹਿੰਦੀ ਹੈ, ਸੱਜੇ ਖੱਬੇ ਸੱਜੇ ਖੱਬੇ, ਇੱਧਰ ਉੱਧਰ ਇੱਧਰ ਉੱਧਰ ਹਿੱਲੀ ਜਾ ਰਹੀ ਹੈ। ਮਹਾਰਾਜ ਕਹਿਣ ਲੱਗੇ ਬਿਲਕੁਲ ਮਾਇਆ ਵੀ ਇਸੇ ਤਰ੍ਹਾਂ ਦੀ ਹੈ। ਜਿਵੇਂ ਹਵਾ ਦੀਵੇ ਦੀ ਲਾਟ ਨੂੰ ਹਿਲਾਉਂਦੀ ਰਹਿੰਦੀ ਹੈ, ਇੱਕ ਜਗ੍ਹਾ ਤੇ ਖਲੋਣ ਨਹੀਂ ਦਿੰਦੀ ਹੈ, ਬਿਲਕੁਲ ਇਹ ਮਾਇਆ ਵੀ ਬੰਦੇ ਨੂੰ ਇੱਕ ਜਗ੍ਹਾ ਤੇ ਖੜਨ ਨਹੀਂ ਦਿੰਦੀ ਹੈ, ਹਰ ਵੇਲੇ ਹਿਲਾਉਂਦੀ ਰਹਿੰਦੀ ਹੈ, ਹਰ ਵੇਲੇ ਇਸ ਨੂੰ ਛਾਣਦੀ ਰਹਿੰਦੀ ਹੈ। ਔਰ ਫਿਰ ਇਹ ਮਾਇਆ ਇਹਦੇ ਕੋਲ ਟਿਕਦੀ ਵੀ ਨਹੀਂ ਹੈ। ਇੱਕ ਪਾਸਿਓਂ ਹਵਾ ਦਾ ਬੁੱਲਾ ਆਇਆ ਤੇ ਉਸਨੇ ਦੀਵੇ ਦੀ ਲਾਟ ਨੂੰ ਹਿਲਾ ਦਿੱਤਾ, ਦੂਜੇ ਪਾਸੇ ਨੂੰ ਉਹਦਾ ਰੁਖ ਕਰ ਦਿੱਤਾ। ਦੂਜੇ ਪਾਸਿਓਂ ਹਵਾ ਲੱਗੀ ਤੇ ਦੀਵੇ ਦੀ ਲਾਟ ਦਾ ਰੁਖ ਦੂਜੇ ਪਾਸੇ ਹੋ ਗਿਆ। ਜਿਵੇਂ ਦੀਵੇ ਦੀ ਲਾਟ ਹਰ ਵੇਲੇ ਹਿਲਦੀ ਹੈ ਹਵਾ ਆਉਣ ਦੇ ਨਾਲ, ਇਹ ਮਾਇਆ ਵੀ ਇਸੇ ਤਰ੍ਹਾਂ ਹਰ ਵੇਲੇ ਕੰਪਨ ਕਰਦੀ ਹੈ, ਹਰ ਵੇਲੇ ਹਿਲਦੀ ਰਹਿੰਦੀ ਹੈ, ਕਦੇ ਇੱਕ ਕੋਲ, ਕਦੇ ਦੂਜੇ ਕੋਲ, ਕਦੇ ਦਾਦੇ ਕੋਲ, ਕਦੇ ਪੋਤੇ ਕੋਲ, ਇੱਕ ਜਗ੍ਹਾ ਤੇ ਟਿਕਦੀ ਨਹੀਂ। ਬੜੀ ਕਠਿਨ ਇਹ ਮਾਇਆ ਹੈ। ਸੁਨ ਸੁਨ ਹੀ ਡਰਾਇਆ। ਮਹਾਰਾਜ ਜਦੋਂ ਇਹ ਸੁਣਦੇ ਆ ਨਾ ਵੀ ਧਰਮ ਰਾਜਾ ਬੜਾ ਜ਼ਾਲਮ ਹੈ, ਗ੍ਰੰਥਾਂ ਵਿੱਚ ਲਿਖਿਆ ਵੀ ਧਰਮ ਰਾਜਾ ਕਿਸੇ ਤੇ ਰਹਿਮ ਨਹੀਂ ਕਰਦਾ। ਜੇ ਤੁਸੀਂ ਜਾ ਕੇ ਤਰਲਾ ਕਰੀ ਜਾਓਗੇ ਨਾ ਵੀ ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇ, ਜਿੰਨਾ ਮਰਜ਼ੀ ਤੁਸੀਂ ਰੋਈ ਜਾਓ, ਜਿੰਨੀਆਂ ਮਰਜ਼ੀ ਮਾਫੀਆਂ ਮੰਗੀ ਜਾਓ, ਧਰਮ ਰਾਜਾ ਐਡਾ ਕਰੜੇ ਸੁਭਾਅ ਦਾ ਵੀ ਉਹ ਮੰਨਦਾ ਹੀ ਨਹੀਂ ਕਿਸੇ ਦੀ ਗੱਲ। ਉਹ ਕਹਿੰਦਾ ਵੀ ਨਹੀਂ ਭਾਈ, ਜਿਹੜੇ ਪਾਪ ਕੀਤੇ ਨੇ ਉਹਨਾਂ ਦੀ ਸਜ਼ਾ ਤੇ ਹੁਣ ਮਿਲਣੀ ਹੈ, ਭਾਵੇਂ ਰੋ ਤੇ ਭਾਵੇਂ ਹੱਸ, ਭਾਵੇਂ ਤਰਲਾ ਕਰ ਤੇ ਭਾਵੇਂ ਮਿੰਨਤ ਕਰ, ਤੇਰੇ ਕੀਤੇ ਗੁਨਾਹ ਦੀ ਸਜ਼ਾ ਮਿਲਣੀ ਹੈ। ਸੁਣ ਸੁਣ ਹੀ ਡਰਾਇਆ। ਧਰਮਰਾਜ ਦਾ ਨਾਮ ਸੁਣ ਕੇ ਮੈਂ ਬੜਾ ਡਰਦਾ ਹਾਂ, ਧਰਮ ਰਾਇਆ, ਕਿਉਂਕਿ ਉਹ ਧਰਮ ਰਾਜਾ ਹੈ ਬੜਾ ਕਰਦਾ, ਕਿਸੇ ਦੇ ਨਾਲ ਥੋੜੀ ਬਹੁਤੀ ਰਿਆਇਤ ਨਹੀਂ ਕਰਦਾ। ਅਫਸਰ ਭਾਵੇਂ ਕਿੱਡਾ ਵੀ ਸਖਤ ਕਿਉਂ ਨਾ ਹੋਵੇ, ਫਿਰ ਵੀ ਉਹਨੂੰ ਕਿਸੇ ਨਾ ਤਰੀਕੇ ਨਾਲ ਢਾਲ ਹੀ ਲਈਦਾ ਨਾ, ਰਿਸ਼ਵਤ ਦੇ ਲਈਦੀ ਹੈ, ਸਿਫਾਰਿਸ਼ ਕਰ ਲਈਦੀ ਹੈ, ਮਿਹਨਤ ਕਰ ਲਈਦੀ ਹੈ, ਰੋ ਕਰਲਾ ਕੇ ਬੰਦਾ ਥੋੜਾ ਬਹੁਤਾ ਤੇ ਆਪਣੇ ਪੱਖ 'ਚ ਕਰ ਹੀ ਲੈਂਦਾ। ਦੁਨੀਆ ਦੇ ਬੰਦਿਆਂ ਨੂੰ ਥੋੜਾ ਬਹੁਤਾ ਹਿਲਾਇਆ ਜਾ ਸਕਦਾ ਆਪਣੇ ਸਟੈਂਡ ਦੇ ਉੱਪਰੋਂ, ਧਰਮ ਰਾਜਾ ਨਹੀਂ ਝੇਲਦਾ। ਇਹ ਤੁਸੀਂ ਮਤਾ ਸੋਚੋ ਵੀ ਉੱਥੇ ਜਾ ਕੇ ਮੈਂ ਰੋਵਾਂਗਾ, ਤਰਲਾ ਕਰਾਂਗਾ,
ਕੁਰਲਾਵਾਂਗਾ ਤੇ ਉਹ ਆਖੇਗਾ ਵੀ ਚੱਲ ਤੇਰੇ ਤੇ ਤਰਸ ਆ ਗਿਆ ਤੈਨੂੰ ਛੱਡ ਦਿੰਦਾ। ਨਹੀਂ, ਛੱਡਦਾ ਨਹੀਂ ਕਿਸੇ ਨੂੰ। ਉਹ ਬੜੇ ਕਰੜੇ ਸੁਭਾਅ ਵਾਲਾ, ਬੜਾ ਕਠਨ ਹੈ, ਕਿਸੇ ਨੂੰ ਮਾਫੀ ਨਹੀਂ ਦਿੰਦਾ ਹੈ। ਪੂਰੇ ਪੂਰੇ ਕਰਮਾਂ ਦਾ ਹਿਸਾਬ ਹੋਵੇਗਾ, ਕਿੰਨੇ ਪਾਪ ਕੀਤੇ, ਕਿੰਨੇ ਪੁੰਨ ਕੀਤੇ, ਕਿੰਨੇ ਚੰਗੇ ਕੰਮ, ਕਿੰਨੇ ਮਾੜੇ ਕੰਮ, ਤੇ ਪੂਰੀ ਫਿਰ ਸਜ਼ਾ ਦਿੰਦਾ ਬਣਾ ਕੇ। ਨਾ ਪੁੰਨਾਂ ਨੂੰ ਪਿੱਛੇ ਛੱਡਦਾ, ਨਾ ਪਾਪਾਂ ਨੂੰ ਪਿੱਛੇ ਛੱਡਦਾ ਹੈ। ਨਾ ਉਹ ਕਿਸੇ ਦੀ ਸਿਫਾਰਿਸ਼ ਮੰਨਦਾ ਹੈ, ਨਾ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ। ਐਸੇ ਕਰੜੇ ਸੁਭਾਅ ਦਾ ਪੂਰਾ ਨਿਆਂ ਕਰਦਾ ਹੈ। ਤੇ ਮਹਾਰਾਜ ਜੀਆਂ ਦਾ ਬਚਨ ਹੈ ਨਾ, ਅੰਤਰਜਾਮੀ ਸੁਨ ਕਾਂਪਤ ਹੋ ਅੰਤਰਗਤ। ਮਹਾਰਾਜ ਜਦੋਂ ਮੈਂ ਕਿਤੇ ਵਿਹਲਾ ਬਹਿ ਕੇ ਇਹ ਗੱਲ ਸੋਚਦਾ ਹਾਂ ਨਾ ਵੀ ਤੂੰ ਤੇ ਮੇਰੀ ਅੰਦਰ ਦੀ ਗੱਲ ਹਰੇਕ ਜਾਣਦਾ ਪਿਆ। ਆਪਾਂ ਮਾਤਾ ਪਿਤਾ ਕੋਲੋਂ, ਭੈਣ ਭਰਾ ਕੋਲੋਂ, ਮੀਆਂ ਬੀਬੀ ਕੋਲੋਂ ਪਰਦਾ ਰੱਖ ਲੈਂਦੇ ਨਾ ਇੱਕ ਦੂਜੇ ਤੋਂ, ਵੀ ਇਹਨੂੰ ਨਾ ਪਤਾ ਲੱਗੇ। ਪਰਮਾਤਮਾ ਇਹੋ ਜਿਹਾ, ਉਹਦੇ ਕੋਲੋਂ ਪਰਦਾ ਰੱਖਿਆ ਹੀ ਨਹੀਂ ਜਾਣਾ। ਉਹ ਤੇ ਤੇਰੀ ਹਰੇਕ ਕੰਮ ਨੂੰ ਵੇਖਦਾ ਪਿਆ, ਸੁਣਦਾ ਪਿਆ। ਜਦੋਂ ਕਿਤੇ ਦਿਮਾਗ ਵਿੱਚ ਇਹ ਗੱਲ ਆਉਂਦੀ ਹੈ ਨਾ ਵੀ ਪਰਮਾਤਮਾ ਤੇ ਹਰ ਵੇਲੇ ਜਾਣਦਾ, ਫਿਰ ਇੱਕ ਵਾਰੀ ਕੰਬ ਜਾਈਦਾ। ਅੱਛਾ, ਮੈਂ ਤੇ ਇਹ ਪਾਪ ਕੀਤਾ, ਇਹਦਾ ਮਤਲਬ ਇਹ ਵੀ ਰੱਬ ਨੂੰ ਪਤਾ ਹੋਵੇਗਾ। ਫਲਾਣੀ ਥਾਂ ਤੇ ਮੈਂ ਆਹ ਕੀਤਾ, ਇਹਦਾ ਮਤਲਬ ਰੱਬ ਨੂੰ ਇਹ ਵੀ ਪਤਾ ਹੋਵੇਗਾ। ਫਿਰ ਅਸੀਂ ਕੰਬ ਜਾਂਦੇ ਹਾਂ। ਜਦੋਂ ਪਤਾ ਲੱਗਦਾ ਨਾ, ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕਰ ਰਹੇ ਸੀ ਨਾ, ਭਾਈ ਲਹੌਰਾ ਸਿੰਘ ਤੇ ਭਾਈ ਮਾਲਾ ਸਿੰਘ ਸਿੱਖ ਸਨ ਮਹਾਰਾਜ ਦੇ, ਤੇ ਭਾਈ ਲਹੌਰਾ ਸਿੰਘ ਨੇ ਮਾਇਆ ਲੈ ਲਈ ਵਿਆਜ ਦੇ ਤੌਰ ਤੇ। 100 ਰੁਪਈਆ ਉਹਨੇ ਸਮਾਂ 'ਚ ਲੈ ਲਿਆ ਵੀ 100 ਰੁਪਈਆ ਦੇ ਦੇ, ਮੈਂ ਵਿਆਜ ਦੇ ਸਮੇਤ ਮੁੜਾਂਗਾ। ਲੈ ਕੇ ਰੱਖ ਲਈ। ਫਿਰ ਬਹਾਨੇ ਲਾਉਣ ਲੱਗ ਪਿਆ, ਅਗਲੇ ਮਹੀਨੇ ਦੇ ਦਿਆਂਗਾ, ਅਗਲੇ ਮਹੀਨੇ ਦੇ ਦਿਆਂ, ਕਰ ਦਿਆਂਗਾ। 2-4 ਸਾਲ ਕੱਢ ਦਿੱਤੇ, ਦਿੱਤੀ ਨਾ ਮਾਇਆ। ਇੱਕ ਦਿਨ ਭਾਈ ਮਾਲਾ ਸਿੰਘ ਨੂੰ ਗੁੱਸਾ ਆ ਗਿਆ, ਰਾਤ ਦਾ ਸਮਾਂ ਸੀ। ਉਹ ਆ ਕੇ ਕਹਿਣ ਲੱਗਾ, ਉਹ ਭਾਈ ਲਹੌਰਿਆ, ਇਹ ਲੇਖਾ ਦੇਣਾ ਪੈਣਾ ਹੈ। ਅੱਜ ਮੈਂ ਮਾੜਾ ਹੋ ਗਿਆ, ਮੇਰੇ ਤੇ ਗਰੀਬੀ ਆ ਗਈ, ਤੂੰ ਤਗੜਾ ਹੋ ਗਿਆ ਤਾਂ ਕੀ ਹੋਇਆ, ਪਰ ਲੇਖਾ ਤੇ ਹੋਵੇਗਾ ਨਾ, ਤੂੰ ਮੇਰੇ ਕੋਲੋਂ ਲੈ ਕੇ ਖਾਧਾ। ਤੇ ਭਾਈ ਲਹੌਰਾ ਸਿੰਘ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗਾ, ਲੇਖਾ ਕੋਈ ਨਾ ਪੁੱਛੇ ਹੀ ਜਾਂ ਹਰ ਬਖਸ਼ਣ ਦਾ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ, ਮੇਰਾ ਲੇਖਾ ਤੇ ਹੋਣਾ ਹੀ ਨਹੀਂ ਹੈ। ਕਿਹਨੇ ਮੇਰਾ ਲੇਖਾ ਲੈਣਾ, ਦੱਸ ਮੈਨੂੰ। ਅਜੇ ਇੰਨੀ ਗੱਲ ਕਹੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਪਰ ਚੁਬਾਰੇ ਦੇ ਸੁੱਤੇ ਹੋਏ ਸਨ। ਅੱਧੀ ਰਾਤ ਦਾ ਸਮਾਂ ਸੀ ਤੇ ਰਾਤ ਬੜੀ ਸ਼ਾਂਤ ਹੈ। ਜਦੋਂ ਇੰਨੀ ਗੱਲ ਕਹੀ ਤੇ ਮਹਾਰਾਜ ਦੀ ਜਾਗ ਖੁੱਲ ਗਈ। ਤੇ ਸਤਿਗੁਰਾਂ ਨੇ ਝਗੜਾ ਸੁਣ ਲਿਆ ਦੋਨਾਂ ਦਾ। ਝਗੜਾ ਸੁਣ ਕੇ ਮਹਾਰਾਜ ਉੱਠ ਕੇ ਬੈਠ ਗਏ ਤੇ ਸਤਿਗੁਰਾਂ ਨੇ ਬੜੀ ਗਰਦਵੀ ਆਵਾਜ਼ ਦੇ ਵਿੱਚ ਆਖਿਆ, ਕਹਿਣ ਲੱਗੇ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰਬਾਣੀ ਦਾ ਬਚਨ ਹੈ। ਉਹ ਲਹੌਰਿਆ, ਤੂੰ ਆਖਦਾ ਮੇਰਾ ਗੁਰੂ ਬਖਸ਼ਣਹਾਰ ਹੈ, ਮੇਰਾ ਲੇਖਾ ਕਿਹਨੇ ਲੈਣਾ, ਪਰ ਗੁਰੂ ਨੇ ਵੀ ਤਾਂ ਬਖਸ਼ਣਾ ਹੈ ਜੇ ਤੂੰ ਪਰਾਇਆ ਹੱਕ ਖਾਣ ਰੂਪੀ ਮੁਰਦਾ ਨਹੀਂ ਖਾਧਾ ਹੋਵੇਗਾ। ਜਦੋਂ ਇਹ ਬਚਨ ਸੁਣੇ ਤੇ ਭਾਈ ਲਹੌਰਾ ਕੰਬ ਗਿਆ। ਉਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਦੇ ਚੁਬਾਰੇ ਦੇ ਸੁੱਤੇ ਪਏ, ਤੇ ਮੇਰੀ ਕਰਤੂਤ ਦਾ ਪਤਾ ਲੱਗ ਗਿਆ ਮਹਾਰਾਜ ਨੂੰ। ਸਤਿਗੁਰੂ ਮੈਨੂੰ ਹੁਣ ਛੱਡਣਗੇ ਨਹੀਂ, ਮੈਨੂੰ ਸਜ਼ਾ ਦੇਣਗੇ। ਉਸੇ ਵੇਲੇ ਆਵਾਜ਼ ਨੀਵੀਂ ਕਰ ਲਈ। ਭਾਈ ਮਾਲਾ ਸਿੰਘ ਨੂੰ ਕਹਿੰਦਾ ਵੀ ਚੁੱਪ ਕਰ ਜਾ, ਹੁਣ ਰੌਲਾ ਨਾ ਪਾ, ਸਵੇਰੇ ਤੇਰੇ ਪੈਸੇ ਤੇਰੇ ਕੋਲ ਪਹੁੰਚ ਜਾਣਗੇ। ਹੁਣ ਪਤਾ ਹੈ ਨਾ ਵੀ ਮਹਾਰਾਜ ਨੂੰ ਪਤਾ ਲੱਗ ਗਿਆ। ਮਹਾਰਾਜ ਨੇ ਸਵੇਰੇ ਪੁੱਛ ਲੈਣਾ ਵੀ ਕੀ ਗੱਲ, ਪੈਸੇ ਲੈ ਕੇ ਦਿੱਤੇ ਕਿਉਂ ਨਹੀਂ। ਇਤਿਹਾਸ ਕਹਿੰਦਾ ਵੀ ਦਿਨ ਚੜ੍ਹਿਆ, ਅਜੇ ਇਸ਼ਨਾਨ ਵੀ ਨਹੀਂ ਕੀਤਾ। ਭਾਈ ਲਹੌਰਾ ਸਿੰਘ ਨੇ ਆਪਣਾ ਨੌਕਰ ਭੇਜ ਕੇ ਉਸੇ ਵੇਲੇ ਭਾਈ ਮਾਲਾ ਸਿੰਘ ਨੂੰ ਬਣਾਇਆ। ਕਹਿਣ ਲੱਗਾ ਵੀ ਆਹ ਤੇਰੇ ਪੈਸੇ ਪਏ ਨੇ, ਇਹਨੂੰ ਪਹਿਲਾਂ ਗਿਣ ਲਾ ਚੰਗੀ ਤਰ੍ਹਾਂ, ਇਹ ਤੂੰ ਲੈ ਜਾ, ਤੇਰੀ ਮਾਨਤ ਹੈ, ਮੈਨੂੰ ਮਾਫ ਕਰ ਦੀ, ਮੇਰੇ ਮਨ 'ਚ ਬੇਈਮਾਨੀ ਆ ਗਈ। ਪਹਿਲਾਂ ਪੈਸੇ ਦਿੱਤੇ, ਫਿਰ ਇਸ਼ਨਾਨ ਕੀਤਾ, ਫਿਰ ਗੁਰੂ ਪਾਤਸ਼ਾਹ ਦੇ ਕੋਲ ਗਿਆ, ਡਰਦਾ ਪਿਆ ਵੀ ਮਹਾਰਾਜ ਨੇ ਰਾਤੀ ਸਭ ਕੁਝ ਸੁਣ ਲਿਆ ਹੈ। ਜਦੋਂ ਦਰਬਾਰ ਵਿੱਚ ਗਿਆ ਤੇ ਮਹਾਰਾਜ ਬੈਠੇ ਹੋਏ, ਜਾ ਕੇ ਇਹਨੇ ਗੋਡੇ ਫੜ ਲਿਆ, ਮਹਾਰਾਜ ਦੇ ਸਿਰ ਹੀ ਰੱਖ ਦਿੱਤਾ। ਕਹਿਣ ਲੱਗਾ, ਮਹਾਰਾਜ ਮਾਫ ਕਰ ਦਿਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਨਾਹ ਬੜਾ ਵੱਡਾ ਹੈ, ਤੂੰ ਗੁਰੂ ਨੂੰ ਜਾਮਨ ਪਾ ਕੇ ਆਖਦਾ ਵੀ ਲੇਖਾ ਕੋਈ ਨਾ ਪੁੱਛੇ ਹਜ਼ਾਰ ਬਖਸ਼ਣ ਦਾ। ਮੈਂ ਤੇ ਸਾਹਿਬਜ਼ਾਦਿਆਂ ਨੂੰ ਖੜਾਉਂਦਾ ਹਾਂ, ਮੇਰੀ ਖੜਾਉਣ ਤੇ ਡਿਊਟੀ ਲੱਗੀ ਹੈ। ਜਿਹੜਾ ਮਹਾਰਾਜ ਦੇ ਪੁੱਤਰਾਂ ਨੂੰ ਖੜਾਉਂਦਾ ਹੋਵੇ ਉਹਦਾ ਲੇਖਾ ਕਾਹਦਾ ਹੋਣਾ ਹੈ।
ਪਰ ਗੁਰਮੁਖਾ ਲੇਖੇ ਤੋਂ ਬਚਿਆ ਤਾਂ ਜਾਣਾ ਹੈ, ਗੁਰਪੀਰ ਹਾਮਾ ਤਾਂ ਭਰੇ, ਜਾਮ ਮੁਰਦਾਰ ਨਾ ਖਾਏ। ਗੁਰੂ ਤਾਂ ਹਾਮੀ ਭਰੇਗਾ, ਗੁਰੂ ਤਾਂ ਮਾਫ ਕਰਵਾਵੇਗਾ, ਜੇ ਤੂੰ ਪਰਾਇਆ ਹੱਕ ਖਾਨ ਰੂਪੀ ਮੁਰਦਾ ਨਹੀਂ ਖਾਏ। ਤੇ ਮਹਾਰਾਜ ਦਾ ਬਚਨ ਸੀ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਪਰਾਇਆ ਹੱਕ ਇਸ ਤਰ੍ਹਾਂ ਹੈ, ਮੁਸਲਮਾਨ ਦੇ ਵਾਸਤੇ ਸੂਰ ਖਾਣਾ, ਹਿੰਦੂ ਵਾਸਤੇ ਗਾਂ ਖਾਣਾ ਪਾਪ ਮੰਨਿਆ, ਵੱਡਾ ਪਾਪ। ਜਿਵੇਂ ਮੁਸਲਮਾਨ ਦੇ ਵਾਸਤੇ ਸੂਰ ਖਾਣਾ ਵੱਡਾ ਪਾਪ ਹੈ, ਹਿੰਦੂ ਦੇ ਵਾਸਤੇ ਗਊ ਖਾਣਾ, ਗਾਂ ਖਾਣਾ ਵੱਡਾ ਪਾਪ ਹੈ। ਗੁਰੂ ਕਿਹਾ ਸਿੱਖਾ ਤੇਰੇ ਵਾਸਤੇ ਪਰਾਇਆ ਹੱਕ ਖਾਣਾ ਵੱਡਾ ਪਾਪ ਹੈ। ਤੇਰੇ ਗੁਰੂ ਨੇ ਹਾਮੀ ਨਹੀਂ ਭਰਨੀ ਹੈ। ਮਤਾ ਸੋਚੀ ਵੀ ਮੈਂ ਮਾਫ ਹੋ ਜਾਵਾਂ, ਨਹੀਂ, ਇਹ ਮਾਫੀ ਨਹੀਂ ਮਿਲੇਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਉਹ ਪ੍ਰਮਾਤਮਾ ਜਿਹੜਾ ਹੈ ਉਹ ਅੰਤਰਜਾਮੀ ਹੈ। ਅੰਤਰਜਾਮੀ ਸੁਣ ਕੇ ਡਰ ਜਾਈਦਾ ਕਿ ਉਹ ਸਜ਼ਾ ਦੇਵੇਗਾ। ਗੁਰਮੁਖੋ ਇਸੇ ਤਰ੍ਹਾਂ ਜਿਹੜਾ ਧਰਮ ਰਾਜਾ ਹੈ ਨਾ, ਉਹਦਾ ਨਾਂ ਸੁਣ ਕੇ ਵੀ ਡਰ ਜਾਈਦਾ ਵੀ ਉਹ ਬੜਾ ਜ਼ਾਲਮ ਹੈ, ਬੜਾ ਦੁੱਖ ਦੇ ਕੇ ਸਜ਼ਾ ਦਿੰਦਾ ਹੈ। ਪਾਵਕ ਸਗਰਾਇਆ ਗ੍ਰਹਿ ਅੰਧ ਕੂ ਪਾਇਆ। ਇਹ ਜਿਹੜਾ ਗ੍ਰਸਤ ਹੈ ਨਾ, ਇਹ ਅੰਨਾ ਖੂਹ ਹੈ। ਅੰਨਾ ਖੂਹ ਜਿੱਥੋਂ ਕੋਈ ਪਾਣੀ ਨਾ ਲੈਂਦਾ ਹੋਵੇ, ਪਾਣੀ ਨਹੀਂ ਲੈਂਦਾ ਹੈ ਪਰ ਖੂਹ ਹੈ, ਉਹਦੇ ਵਿੱਚ ਜਾਣਾ ਡਿੱਗਣਾ, ਉਹਦੇ ਵਿੱਚ ਜ਼ਹਿਰੀਲੇ ਸੱਪ ਹੋ ਸਕਦੇ, ਜ਼ਹਿਰੀਲੇ ਜਾਨਵਰ ਹੋ ਸਕਦੇ, ਉਹਦੇ ਵਿੱਚ ਜ਼ਹਿਰੀਲੀਆਂ ਗੈਸਾਂ ਹੋ ਸਕਦੀਆਂ। ਜਿਹੜਾ ਜਾਵੇਗਾ ਨਾ ਉਹ ਮਾਰੀ ਜਾਏਗਾ। ਮਹਾਰਾਜ ਕਹਿਣ ਲੱਗੇ ਜਿਹੜਾ ਗ੍ਰਸਤ ਹੈ ਨਾ ਭਾਈ, ਅੰਨਾ ਖੂਹ ਹੀ ਹੈ, ਇਹਦੇ ਵਿੱਚ ਵਿਕਾਰਾਂ ਰੂਪੀ ਸੱਪ ਤੁਰੇ ਫਿਰਦੇ। ਜਦੋਂ ਬੰਦਾ ਗ੍ਰਸਤੀ ਹੁੰਦਾ, ਪਰਿਵਾਰ ਵਾਲਾ ਹੁੰਦਾ, ਉਹਦੇ ਕਿੰਨੇ ਲਾਲਚ ਹੋ ਜਾਂਦੇ, ਪੁੱਤਰਾਂ ਵਾਸਤੇ, ਧੀਆਂ ਵਾਸਤੇ, ਬੱਚਿਆਂ ਵਾਸਤੇ, ਪਰਿਵਾਰ ਵਾਸਤੇ। ਫਿਰ ਉਹ ਚੰਗੇ ਮਾੜੇ ਸਾਰੇ ਕੰਮ ਹੀ ਕਰਦਾ। ਇਹ ਜਿਹੜੇ ਚੰਗੇ ਕਰਮ ਮਾੜੇ ਕਰਮ ਕਰਦਾ ਪਿਆ ਨਾ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਇਹ ਤੇ ਉਸ ਅੰਨੇ ਖੂਹ ਦੇ ਸੱਪ ਹੀ ਨੇ ਜਿਹੜੇ ਡੰਗਣ ਵਾਸਤੇ ਬੈਠੇ। ਐਸੀ ਹਾਲਤ ਹੁੰਦੀ ਹੈ। ਪਾਵਕ ਸਗਰਾਇਆ ਇਹ ਜਿਹੜਾ ਸੰਸਾਰ ਹੈ ਨਾ, ਸੰਸਾਰ ਸਮੁੰਦਰੋਂ ਗੁਰਮੁਖੋ, ਇਹ ਹਵਾ ਦਾ ਹੀ ਇੱਕ ਸਮੁੰਦਰ, ਅੱਗ ਦਾ ਹੀ ਇੱਕ ਸਮੁੰਦਰ ਹੈ। ਇਹ ਜਿਹੜਾ ਸੰਸਾਰ ਹੈ ਅੱਗ ਦਾ ਸਮੁੰਦਰ ਹੈ, ਇਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ। ਦਹੀ ਓਟ ਸਦਾਇਆ ਸਤਿਗੁਰੂ ਹੁਣ ਮੈਂ ਆਪ ਜੀ ਦੀ ਚਰਨਾਂ ਦੀ ਓਟ ਫੜੀ ਹੈ, ਪਕੜੀ ਹੈ। ਨਾਨਕ ਹਰ ਧਿਆਇਆ ਸਤਿਗੁਰੂ ਜੀ ਆਪ ਜੀ ਦੇ ਚਰਨ ਫੜ ਕੇ ਤੇ ਆਪ ਜੀ ਦੇ ਨਾਮ ਨੂੰ ਧਿਆਇਆ ਹੈ। ਅਬ ਮੈਂ ਪੂਰਾ ਪਾਇਆ। ਇਸ ਕਰਕੇ ਹੁਣ ਮੈਨੂੰ ਪੂਰਾ ਗਿਆਨ ਪ੍ਰਾਪਤ ਹੋ ਗਿਆ। ਗਿਆਨ ਕਿੱਥੋਂ ਮਿਲਿਆ? ਗੁਰੂ ਦੇ ਚਰਨਾਂ ਤੋਂ। ਸਤਿਗੁਰੂ ਤੁਹਾਡੇ ਚਰਨਾਂ ਨੂੰ ਪਕੜ ਕੇ ਜਦੋਂ ਮੈਂ ਪਰਮੇਸ਼ਰ ਨੂੰ ਜਪਿਆ ਹੈ ਤੇ ਮੈਨੂੰ ਪੂਰਾ ਗਿਆਨ ਉਸ ਵੇਲੇ ਪ੍ਰਾਪਤ ਹੋਇਆ ਹੈ। ਰਾਗ ਸੂਹੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ। ਸਤਿਗੁਰੂ ਬੇਨਤੀ ਕਰਦੇ, ਬੇਨਤੀ ਕਰਨ ਦੀ ਜਾਚ ਦੱਸਦੇ। ਸਤਿਗੁਰ ਪਾਸ ਬੇਨੰਤੀਆਂ, ਮੇਰੀ ਬੇਨਤੀ ਗੁਰੂ ਦੇ ਪਾਸ ਹੈ, ਗੁਰੂ ਦੇ ਕੋਲ ਹੈ। ਬੇਨਤੀ ਕੀ ਹੈ? ਆਪਾਂ ਵੀ ਘਰੋਂ ਚੱਲ ਕੇ ਆਏ ਨਾ ਸਾਰੇ ਜਾਣੇ, ਸਾਰਿਆਂ ਨੇ ਆਪਾਂ ਮੱਥਾ ਵੀ ਟੇਕਿਆ ਹੈ, ਆਪਾਂ ਗੁਰੂ ਦੇ ਅੱਗੇ ਹੱਥ ਵੀ ਜੋੜੇ ਨੇ, ਪਰ ਹੱਥ ਜੋੜ ਕੇ ਮੱਥਾ ਟੇਕ ਕੇ ਕੀ ਮੰਗਿਆ? ਮੈਨੂੰ ਦੁਨੀਆ ਦਾ ਇਹ ਮਿਲ ਜਾਵੇ, ਮੈਨੂੰ ਦੁਨੀਆ ਦਾ ਆ ਮਿਲ ਜਾਵੇ। ਅਸੀਂ ਸਾਰਿਆਂ ਨੇ ਮੰਗਿਆ ਹੈ। ਕੋਈ ਆਪਣੇ ਸਰੀਰ ਵਾਸਤੇ ਮੰਗਦਾ ਪਿਆ ਹੈ, ਕੋਈ ਦੂਜੇ ਦੇ ਸਰੀਰ ਵਾਸਤੇ ਮੰਗਦਾ ਪਿਆ, ਕੋਈ ਪਰਿਵਾਰ ਵਾਸਤੇ ਮੰਗਦਾ ਪਿਆ। ਪਰ ਜਦੋਂ ਗੁਰੂ ਦੇ ਕੋਲ ਆਉਂਦਾ ਨਾ ਹੱਥ ਜੋੜ ਕੇ, ਉਦੋਂ ਬੇਨਤੀ ਇਹ ਕਰਿਆ ਕਰ, ਮਿਲੈ ਨਾਮ ਆਧਾਰਾ। ਮਹਾਰਾਜ ਮੈਨੂੰ ਨਾਮ ਦਾ ਆਸਰਾ ਦਿਓ। ਮੇਰੀ ਤਕਦੀਰ ਵਿੱਚ ਜੋ ਤੁਸੀਂ ਲਿਖਿਆ ਉਹ ਤੇ ਮੈਨੂੰ ਬਿਨਾਂ ਮੰਗਣ ਤੋਂ ਹੀ ਮਿਲ ਜਾਣਾ ਹੈ। ਉਹ ਨਹੀਂ ਮੈਂ ਮੰਗਦਾ ਜਿਹੜਾ ਮੱਥੇ ਤੇ ਲਿਖਿਆ। ਮੱਥੇ ਜੋ ਲਿਖਿਆਸ, ਮੱਥੇ ਤੇ ਜੋ ਲਿਖਿਆ ਹੈ ਉਹ ਮੈਂ ਨਾ ਵੀ ਮੰਗਾਂਗਾ, ਮਿਲਣਾ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਉਹ ਫਲਾਣਾ ਬੰਦਾ ਤੇ ਗੁਰਦੁਆਰੇ ਜਾਂਦਾ ਨਹੀਂ, ਨਾ ਮੰਦਰ ਜਾਵੇ, ਨਾ ਉਹ ਮਸੀਤ ਜਾਵੇ, ਨਾ ਉਹ ਰੱਬ ਨੂੰ ਮੰਨੇ। ਵੇਖੋ ਉਹਦੇ ਕੋਲ ਕਿੰਨੇ ਪਦਾਰਥ ਨੇ, ਉਹ ਤੇ ਬੜਾ ਅਮੀਰ ਹੈ, ਬੜੇ ਉਹਦੇ ਕੋਲ ਵਸਤੂਆਂ ਨੇ।
ਗੁਰਮੁਖੋ ਜਿਹੜੀਆਂ ਵਸਤੂਆਂ ਨੇ ਨਾ, ਪਦਾਰਥ ਉਹਦੇ ਕੋਲ ਉਹਦੇ ਕਰਮਾਂ ਵਿੱਚ ਰੱਬ ਨੇ ਪਹਿਲਾਂ ਲਿਖੇ ਹੋਏ ਨੇ, ਪਿਛਲੇ ਜਨਮਾਂ ਦੀ ਉਹਦੀ ਕਮਾਈ ਹੈ ਕੋਈ। ਉਹ ਭਾਵੇਂ ਗੁਰਦੁਆਰੇ ਆਵੇ ਤੇ ਭਾਵੇਂ ਨਾ ਆਵੇ, ਉਹਦੇ ਕਰਮਾਂ ਦਾ ਲਿਖਿਆ ਉਹਨੂੰ ਬੈਠਿਆ ਮਿਲਣਾ ਹੀ ਮਿਲਣਾ। ਕਰਮ ਉਹਨੇ ਛਕਣਾ ਆਪਣਾ ਜਿਹੜਾ ਕੀਤਾ ਹੋਇਆ। ਪਰ ਉਹਦੇ ਕੋਲ ਨਾਮ ਨਹੀਂ ਹੈ, ਕਿਉਂਕਿ ਨਾਮ ਤੇ ਗੁਰੂ ਕੋਲੋਂ ਮਿਲੇਗਾ ਨਾ, ਗੁਰੂ ਕੋਲ ਤੇ ਆਇਆ ਨਹੀਂ। ਨਾਮ ਦੀ ਦਾਤ ਗੁਰੂ ਦਿੰਦਾ ਹੈ। ਸਤਿਗੁਰ ਪਾਸ ਬਿਨੰਤੀਆ, ਗੁਰੂ ਕੋਲ ਬੇਨਤੀ ਇਹ ਹੈ, ਮਿਲੈ ਨਾਮ ਆਧਾਰਾ, ਸਾਨੂੰ ਨਾਮ ਦਾ ਆਸਰਾ ਮਿਲਣਾ ਕਰੇ। ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਜਿਸ ਵੇਲੇ ਸੱਚਾ ਪਾਤਸ਼ਾਹ ਤਰੁੱਠਦਾ ਹੈ ਤੇ ਇਹ ਜਿਹੜੇ ਸੰਸਾਰ ਦੇ ਤਾਪ ਨੇ, ਆਦੀ ਵਿਆਦੀ ਉਪਾਦੀ, ਇਹ ਤਾਪ ਜਿਹੜੇ ਨਾਸ ਹੋ ਜਾਂਦੇ ਹਨ। ਭਗਤਾਂ ਕੀ ਟੇਕ ਤੋਂ, ਸੰਤਾਂ ਕੀ ਓਟ ਤੋਂ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ, ਆਪ ਜੀ ਭਗਤਾਂ ਦੀ ਟੇਕ ਹੋ, ਭਗਤਾਂ ਦਾ ਆਸਰਾ ਹੋ, ਤੇ ਜਿਹੜੇ ਆਪ ਜੀ ਦੇ ਸੰਤ ਹਨ ਉਹਨਾਂ ਦਾ ਵੀ ਆਪ ਜੀ ਓਟ ਕਹੀਏ ਆਸਰਾ ਹੀ ਹੋ। ਸੱਚਾ ਸਿਰਜਣਹਾਰਾ, ਐ ਸੱਚੇ ਸਿਰਜਣਹਾਰ ਪ੍ਰਮਾਤਮਾ, ਤੂੰ ਦੁਨੀਆ ਬਣਾਉਣ ਵਾਲਾ ਹੈ, ਤੂੰ ਦੁਨੀਆ ਬਣਾਉਂਦਾ ਹੈ। ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ। ਸਤਿਗੁਰੂ ਬਖਸ਼ਿਸ਼ ਕਰਦੇ, ਇਹ ਜੋ ਆਪ ਜੀ ਦੀ ਸੰਸਾਰ ਰੂਪੀ ਸਮਗਰੀ ਹੈ, ਸੱਚ ਤੇਰੀ ਸਾਮਗਰੀ, ਇਹ ਆਪ ਜੀ ਦੀ ਜੋ ਸਮਗਰੀ ਕਹੀਏ, ਇਹ ਜੋ ਸੰਸਾਰ ਹੈ, ਇਹ ਆਪ ਜੀ ਦਾ ਸੰਸਾਰ ਬਣਾਇਆ ਹੋਇਆ ਸੱਚਾ ਹੈ। ਸੱਚ ਤੇਰਾ ਦਰਬਾਰਾ, ਆਪ ਜੀ ਦਾ ਜਿਹੜਾ ਸਰੂਪ ਰੂਪੀ ਦਰਬਾਰ ਹੈ ਉਹ ਵੀ ਸੱਚਾ ਹੈ, ਵੱਡਾ ਹੈ। ਸੱਚ ਤੇਰੇ ਖਜ਼ਾਨਿਆਂ, ਸੱਚ ਤੇਰਾ ਪਾਸਾਰਾ। ਜਿਹੜੇ ਆਪ ਜੀ ਦੇ ਖਜ਼ਾਨੇ ਨੇ, ਨਾਮ ਦੇ ਖਜ਼ਾਨੇ, ਉਹ ਵੀ ਸੱਚੇ ਨੇ, ਅਤੇ ਆਪ ਜੀ ਦਾ ਇਹ ਸੰਸਾਰ ਦਾ ਬਣਾਇਆ ਹੋਇਆ ਪਸਾਰਾ ਵੀ ਸੱਚਾ ਹੈ। ਤੇਰਾ ਰੂਪ ਅਗੰਮ ਹੈ, ਆਪ ਜੀ ਦਾ ਰੂਪ ਜਿਹੜਾ ਹੈ ਅਗੰਮ, ਮਨ ਦੀ ਗਮਤਾ ਤੋਂ ਪਰੇ ਹੈ। ਤੇਰੇ ਰੂਪ ਦਾ ਵਰਣਨ ਮੇਰਾ ਮਨ ਨਹੀਂ ਕਰ ਸਕਦਾ ਹੈ। ਰੂਪ ਤੇਰਾ ਦਰਸਾਰਾ, ਆਪ ਜੀ ਦੇ ਜਿਹੜੇ ਦਰਸ਼ਨ ਨੇ ਉਹ ਵੀ ਉਪਮਾ ਤੋਂ ਰਹਿਤ ਨੇ। ਤੁਹਾਡੇ ਦਰਸ਼ਨਾਂ ਦੀ ਉਪਮਾ ਕੀਤੀ ਨਹੀਂ ਜਾ ਸਕਦੀ ਹੈ। ਕੁਰਬਾਨੀ ਤੇਰਿਆਂ ਸੇਵਕਾਂ, ਮਹਾਰਾਜ ਮੈਂ ਆਪ ਜੀ ਦੀਆਂ ਸੇਵਕਾਂ ਤੋਂ ਕੁਰਬਾਨ ਜਾਂਦਾ, ਸਦਕੇ ਜਾਂਦਾ ਹਾਂ। ਹਰ ਨਾਮ ਪਿਆਰਾ, ਜਿਨ੍ਹਾਂ ਨੂੰ ਤੁਹਾਡਾ ਨਾਮ ਪਿਆਰਾ ਲੱਗਾ, ਜਿਹੜੇ ਸੇਵਕਾਂ ਨੂੰ ਤੁਹਾਡਾ ਨਾਮ ਪਿਆਰਾ ਲੱਗਦਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਸਭੇ ਇੱਛਾ ਪੂਰੀਆਂ, ਉਹਨਾਂ ਦੀਆਂ ਸਾਰੀਆਂ ਇੱਛਾ ਗੁਰਮੁਖਾਂ ਦੀਆਂ ਪੂਰੀਆਂ ਹੁੰਦੀਆਂ ਹਨ। ਜਾ ਪਾਇਆ ਅਗਮ ਅਪਾਰਾ, ਜਿਨ੍ਹਾਂ ਨੇ ਅਗਮਾ ਗੋਚਰ ਪਾਰਾਵਾਰ ਤੋਂ ਰਹਿਤ ਪ੍ਰਮਾਤਮਾ ਨੂੰ ਪਾਲਿਆ, ਉਹਨਾਂ ਦੀ ਇੱਛਾ ਕੋਈ ਅਧੂਰੀ ਰਹਿੰਦੀ ਨਹੀਂ ਹੈ, ਸਾਰੀਆਂ ਪੂਰੀਆਂ ਹੁੰਦੀਆਂ ਹਨ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਜਿਨ੍ਹਾਂ ਨੂੰ ਉਹ ਪਾਰ ਬ੍ਰਹਮ ਪ੍ਰਮਾਤਮਾ ਮਿਲਿਆ ਹੈ, ਤੇਰਿਆਂ ਚਰਨਾਂ ਕੋ ਬਲਿਹਾਰਾ। ਉਹਨਾਂ ਸਾਧੂਆਂ ਦੇ ਚਰਨਾਂ ਤੋਂ ਬਲਿਹਾਰ ਜਾਈਏ। ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀਓ, ਤੁਹਾਡੀ ਕਿਰਪਾ ਜਿਨ੍ਹਾਂ ਤੇ ਹੋਈ ਹੈ ਉਹਨਾਂ ਨੂੰ ਪ੍ਰਮਾਤਮਾ ਮਿਲਿਆ ਹੈ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ, ਆਪ ਜੀ ਦੇ ਚਰਨਾਂ ਤੋਂ ਬਲਿਹਾਰ ਜਾਈਏ, ਕੁਰਬਾਨ ਜਾਈਏ, ਸਦਕੇ ਜਾਈਏ, ਜੋ ਆਪ ਜੀ ਨੇ ਐਸੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਜੋ ਸਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸਭੇ ਇੱਛਾ ਪੂਰੀਆਂ, ਜਾ ਪਾਇਆ ਅਗਮ ਅਪਾਰਾ। ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਨਾਂ ਕੋ ਬਲਿਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 16 ਤਰੀਕ ਨੂੰ ਸੰਗਰਾਂਦ ਦਾ ਦਿਹਾੜਾ ਪ੍ਰਾਪਤ ਹੋ ਰਿਹਾ ਹੈ। ਸਵੇਰੇ ਸ਼ਾਮ ਦੀਵਾਨ ਸਜਣਗੇ, ਆਪ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਵੀ ਤਿਆਰ ਹੋਣਗੇ। ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। 16 ਜੁਲਾਈ ਨੂੰ ਸੰਗਰਾਂਦ ਦਾ ਦਿਹਾੜਾ ਹੈ। ਸਾਵਣ ਮਹੀਨੇ ਦੀ ਸੰਗਰਾਂਦ ਪ੍ਰਾਪਤ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ